वेरी गुड इवनिंग टू ऑल। ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਨੰਬਰ ਥਿਉਰੀ। ਬੀਐਸਸੀ ਦਾ ਹੀ ਟੌਪਿਕ ਹੈ ਇਹ ਵੀ। ਆਪਣੇ ਬੀਐਸਸੀ ਦੇ ਟੌਪਿਕ ਚੱਲ ਰਹੇ ਨੇ ਤਾਂ ਨੰਬਰ ਥਿਉਰੀ ਆਪਣਾ ਜਿਹੜਾ ਟੌਪਿਕ ਹੈਗਾ ਡੇ ਫਸਟ ਹੀ ਹੈ ਜੀ ਨੰਬਰ ਥਿਉਰੀ ਦਾ। ਠੀਕ ਹੈ, ਕੱਲ ਆਪਾਂ ਮਕੈਨਿਕਸ ਕੰਪਲੀਟ ਕੀਤੀ ਸੀ ਤਾਂ ਅੱਜ ਆਪਾਂ ਨੰਬਰ ਥਿਉਰੀ ਸ਼ੁਰੂ ਕਰਨ ਜਾ ਰਹੇ ਹਾਂ। ਬਸ ਈਜ਼ੀ ਜਿਹਾ ਕੰਸੈਪਟ ਹੈ, ਜ਼ਿਆਦਾ ਐਮਸੀਕਿਊ ਨਹੀਂ ਹੋਣਗੇ ਇਸ ਤੇ। ਨੰਬਰ ਥਿਉਰੀ ਦੇ ਵਿੱਚ ਆਪਣੇ ਕੋਲ ਜ਼ਿਆਦਾ ਐਮਸੀਕਿਊ ਨਹੀਂ ਹੋਣਗੇ, ਸਿਰਫ ਜਿਹੜੀਆਂ ਥਿਓਰਮਸ ਹੋਣਗੀਆਂ ਉਹਨਾਂ ਦੇ ਬੇਸ ਤੇ ਹੀ ਆਪਣੇ ਕੋਲ ਐਮਸੀਕਿਊ ਹੋਣਗੇ। ਐਮਸੀਕਿਊ ਆਪਾਂ ਇਹਦੇ ਬਹੁਤ ਹੀ ਘੱਟ ਕਰਾਂਗੇ, ਜਿਹੜੀਆਂ ਆਪਣੀਆਂ ਥਿਓਰਮਸ ਹੋਣਗੀਆਂ ਉਹਨਾਂ ਦੇ ਬੇਸ ਤੇ ਹੀ ਐਮਸੀਕਿਊ ਆਪਾਂ ਨੂੰ ਐਗਜ਼ਾਮ ਦੇ ਵਿੱਚ ਆਉਣਗੇ। ਠੀਕ ਹੈ ਜੀ, ਤਾਂ ਕਲਾਸ ਨੂੰ ਅੰਤ ਤੱਕ ਜ਼ਰੂਰ ਦੇਖਿਓ ਜੀ, ਬਣੇ ਰਹੋ। ਕਲਾਸ ਨੂੰ ਛੱਡ ਕੇ ਨਾ ਜਾਇਆ ਕਰੋ, ਠੀਕ ਹੈ, ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਹੁੰਦੇ ਸਾਰੀ ਕਲਾਸ ਨੂੰ, ਲਾਈਕ ਸ਼ੇਅਰ ਜੀ ਆਪਣੇ ਦੋਸਤਾਂ ਦੇ ਨਾਲ, ਆਪਣੇ ਫਰੈਂਡਸ ਦੇ ਨਾਲ। ਜਿਨ੍ਹਾਂ ਨੇ ਵੀ ਟੌਪਿਕ ਕਰਨਾ ਹੁੰਦਾ ਤਾਂ ਉਹਨਾਂ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ। ਆਪਾਂ ਵੇਟ ਕਰਦੇ ਹਾਂ ਜੀ ਜਲਦੀ ਤੋਂ ਜਲਦੀ ਸਟੂਡੈਂਟ ਆ ਜਾਣ, ਫਿਰ ਆਪਾਂ ਸ਼ੁਰੂ ਕਰਾਂਗੇ ਆਪਣਾ ਅੱਜ ਦਾ ਟੌਪਿਕ ਨੰਬਰ ਥਿਓਰੀ। ਠੀਕ ਹੈ ਜੀ, ਤਾਂ ਦੱਸ ਦਿਓ ਇੱਕ ਵਾਰ ਪਲੀਜ਼ ਕਿ ਆਡੀਓ ਕਲੀਅਰ ਹੈ ਬਿਲਕੁਲ, ਵੀਡੀਓ ਵੀ ਬਿਲਕੁਲ ਕਲੀਅਰ ਹੈ, ਪ੍ਰੋਪਰ ਨਜ਼ਰ ਆ ਰਿਹਾ ਤੁਹਾਨੂੰ, ਪ੍ਰੋਪਰ ਸੁਣਾਈ ਦੇ ਰਿਹਾ। ਡਨ ਤਾਂ ਪਲੀਜ਼ ਇੱਕ ਵਾਰ ਮੈਸੇਜ ਕਰ ਦਿਓ ਡਨ ਜਾਂ ਫਿਰ ਆਲ ਕਲੀਅਰ। ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ, ਜਲਦੀ ਤੋਂ ਜਲਦੀ ਸਟੂਡੈਂਟ ਆ ਰਹੇ ਨੇ ਹੌਲੀ ਹੌਲੀ। ਤਾਂ ਆਪਾਂ ਇੰਨੇ ਸ਼ੁਰੂ ਕਰਦੇ ਹਾਂ, ਫਿਰ ਇੰਨੇ ਹੋਰ ਆ ਜਾਣਗੇ ਸਟੂਡੈਂਟ। ਸਭ ਤੋਂ ਪਹਿਲਾਂ ਆਪਣੇ ਕੋਲ ਹੈਗਾ ਜੀ ਡਿਵਿਜੀਬਿਲਿਟੀ। ਸ਼ੁਰੂਆਤ ਨੰਬਰ ਥਿਓਰੀ ਦੀ ਹੁੰਦੀ ਹੈ ਕਿੱਥੋਂ? ਡਿਵਿਜੀਬਿਲਿਟੀ ਤੋਂ। ਡਿਵਿਜੀਬਿਲਿਟੀ ਕਿਹਨੂੰ ਬੋਲਾਂਗੇ? ਮੇਨ ਆਪਣੀ ਗੱਲ ਡਿਵਿਜੀਬਿਲਿਟੀ। ਆਪਾਂ ਨੂੰ ਸਿੰਪਲ ਡਿਵੀਜ਼ੀਬਲ ਦਾ ਤਾਂ ਪਤਾ ਹੀ ਹੈ ਕਿ ਕੋਈ ਨੰਬਰ ਅਗਰ ਕਿਸੇ ਨੂੰ ਡਿਵਾਈਡ ਕਰਦਾ ਹੋਵੇ ਤਾਂ ਆਪਾਂ ਡਿਵੀਜ਼ੀਬਲ ਬੋਲਦੇ। ਸੇਮ ਕੰਸੈਪਟ ਹੈ, ਬਸ ਇਹਦੇ ਵਿੱਚ ਮੈਂਸ਼ਨ ਕਰਨ ਦਾ ਤਰੀਕਾ ਅਲੱਗ ਹੈ। ਠੀਕ ਹੈ ਜੀ, ਮੈਂਸ਼ਨ ਕਰਨ ਦਾ ਤਰੀਕਾ ਅਲੱਗ ਹੈਗਾ, ਬਾਕੀ ਸੇਮ ਕੰਸੈਪਟ ਹੈ। ਦੇਖੋ ਆਪਾਂ ਕੀ ਬੋਲਾਂਗੇ ਡਿਵਿਜੀਬਿਲਿਟੀ ਨੂੰ, ਕੋਈ ਇੰਟੀਜਰ ਐਨ ਇੰਟੀਜਰ, ਕੋਈ ਅਗਰ ਆਪਣੇ ਕੋਲ ਇੰਟੀਜਰ ਹੋਏਗਾ a, ਉਹ ਕੀ ਨਹੀਂ ਹੋਣਾ ਚਾਹੀਦਾ? ਜ਼ੀਰੋ ਨਹੀਂ ਹੋਣਾ ਚਾਹੀਦਾ, ਨੋਟ ਇਕੁਅਲ ਟੂ ਜ਼ੀਰੋ। ਐਨ ਇੰਟੀਜਰ a ਨੋਟ ਇਕੁਅਲ ਟੂ ਜ਼ੀਰੋ is said to be divide another integer, is said to be divide another integer b। b ਨੂੰ ਕਦੋਂ ਡਿਵਾਈਡ ਕਰੇਗਾ? if there exist there exist ਨੂੰ ਐਦਾਂ ਵੀ there exist ਵੀ ਲਿਖਿਆ ਜਾ ਸਕਦਾ, ਜਾਂ ਇੱਕ ਸਿੰਬਲ ਹੋਰ ਹੁੰਦਾ ਹੈ there exist, ਇਹ ਵਾਲਾ ਸਿੰਬਲ ਵੀ। if there exist another integer c, if there exist another integer c। ਬਸ ਸਮਝਣ ਵਾਲਾ ਕੰਸੈਪਟ ਹੈ ਜੀ, ਤੁਸੀਂ ਧਿਆਨ ਨਾਲ ਸਮਝੀ ਜਾਓਗੇ ਤਾਂ ਬਿਲਕੁਲ ਈਜ਼ੀ ਕੰਸੈਪਟ ਹੈ, ਬਸ ਫੋਕਸ ਕਰਕੇ ਰੱਖਣਾ, ਛੋਟੀਆਂ ਛੋਟੀਆਂ ਗੱਲਾਂ ਨੇ। if there exists another integer c such that b equal to ac, ਆ ਹੋਣਾ ਜ਼ਰੂਰੀ ਹੈ, b equal to ac। ਕੀ ਮਤਲਬ ਬਣਿਆ? an integer a is said to be divide another integer b। ਕਹਿੰਦਾ a ਜਿਹੜਾ ਹੈਗਾ a, ਉਹ b ਨੂੰ ਕਦੋਂ ਡਿਵਾਈਡ ਕਰੇਗਾ? a ਡਿਵਾਈਡ b। ਇਹ ਹੈਗਾ ਜਿਹੜਾ b ਨੂੰ ਕਦੋਂ ਡਿਵਾਈਡ ਕਰੇਗਾ? ਜਦੋਂ ਕੋਈ ਤੀਜਾ ਇੰਟੀਜਰ c ਆ ਜਾਏ, ਯਾਨੀ ਕਿ b equal to ac ਹੋ ਜਾਏ। ਮੰਨ ਲਓ ਆਪਾਂ 52 ਨੂੰ ਡਿਵਾਈਡ ਕਰਨਾ ਹੈ 30 ਨਾਲ, 30 ਨਾਲ 52 ਨੂੰ ਡਿਵਾਈਡ ਕਰਨਾ ਹੈ, ਤਾਂ ਅੰਦਰ ਇੰਟੀਜਰ ਇੱਥੇ c ਆ ਦੇਖੋ, ਇਹਦਾ ਮਤਲਬ ਤਾਂ ਹੋ ਗਿਆ a, 52 ਦਾ ਮਤਲਬ b, ਤਾਂ c ਇੱਥੇ ਜਿਹੜਾ ਅਨਦਰ ਇੰਟੀਜਰ ਆਏਗਾ ਉਹ ਆਏਗਾ ਆਪਣੇ ਕੋਲ 4, ਕਿਉਂਕਿ c ਕੀ ਆਏਗਾ ਤਾਂ b, 52 ਨੂੰ ਆਪਾਂ ਹੀ ਲਿਖ ਸਕਦੇ ਹਾਂ 52 13 into 4। ਠੀਕ ਹੈ ਜੀ, ਤਾਂ ਆ ਹੋ ਗਿਆ ਆਪਣੇ ਕੋਲ a, ਆ c, ਆ b, b equal to ac। ਮਤਲਬ ਕੋਈ ਐਦਾਂ ਦਾ ਇੰਟੀਜਰ c ਆ ਜਾਏ ਆਪਣੇ ਕੋਲ ਤਾਂ ਹੀ ਆਪਾਂ ਬੋਲਾਂਗੇ a ਡਿਵਾਈਡ b। ਕਲੀਅਰ ਗੱਲ ਡਿਵਿਜੀਬਿਲਿਟੀ ਦੀ। an integer a is said to be divide another integer b if there exists another integer c such that b equal to ac। ਆ ਕੰਡੀਸ਼ਨ ਆਪਾਂ ਨੂੰ ਐਗਜ਼ਾਮ ਦੇ ਵਿੱਚ ਪੁੱਛ ਲਈ ਜਾਂਦੀ ਹੈ ਕਿ ਡਿਵਿਜੀਬਿਲਿਟੀ ਦੀ ਕਿਹੜੀ ਕੰਡੀਸ਼ਨ ਹੋਏਗੀ, ਤਾਂ b equal to ac।
ठीक है जी, b इक्वल टू ac ਆ ਕੰਡੀਸ਼ਨ ਹੋਏਗੀ ਡਿਵੀਜ਼ੀਬਿਲਟੀ। ਕੋਈ ਹੋਰ ਐਗਜ਼ਾਮਪਲ ਲੈ ਸਕਦੇ ਹੋ ਤੁਸੀਂ, ਠੀਕ ਹੈ ਜੀ। ਜਿਵੇਂ 8 ਹੈ, 8 ਨੂੰ ਆਪਾਂ ਡਿਵਾਈਡ ਕਰਨਾ 4 ਨਾਲ, ਤਾਂ ਹੁਣ ਆਪਾਂ ਨੇ ਕੋਲੇ a ਤਾਂ 4 ਹੋ ਗਿਆ, b 8 ਹੋ ਗਿਆ, ਬਟ c ਆਪਾਂ ਨੂੰ ਕੀ ਚਾਹੀਦਾ, c ਇੱਥੇ ਆਪਾਂ ਨੂੰ ਚਾਹੀਦਾ 2, ਤਾਂ ਹੀ ਆਪਾਂ ਲਿਖ ਸਕਦੇ ਹਾਂ 8 ਇਜ਼ ਇਕੁਅਲ ਟੂ 4 ਇੰਟੂ ਆ ਆਪਣੀ ਜਿਹੜੀ ਹੈਗੀ ਹੈ ਡਿਵੀਜ਼ੀਬਿਲਟੀ ਦੀ ਡੈਫੀਨੇਸ਼ਨ, ਠੀਕ ਹੈ ਜੀ, b ਇਕੁਅਲ ਟੂ ac। ਹੁਣ ਆਪਣੇ ਕੋਲ ਕੁਝ ਨੋਟ ਵਾਲੀਆਂ ਗੱਲਾਂ ਨੇ, ਕੁਝ ਨੋਟ ਕਰਨਾ ਆਪਾਂ ਇਹਦੇ ਵਿੱਚ। ਫਸਟ ਪੁਆਇੰਟ ਹੈਗਾ ਜਿਹੜਾ a ਡਿਵਾਈਡ b ਡਜ਼ ਨਾਟ ਮੀਨ, ਜਿਹੜਾ ਆਪਾਂ ਆ ਲਿਖਦੇ ਆ ਨਾ a ਡਿਵਾਈਡ b, ਇਹ ਆਪਾਂ ਵੈਸੇ ਅਗਰ ਹੋਰ ਕਿਸੇ ਦੇ ਵਿੱਚ ਦੇਖਿਆ ਜਾਵੇ, ਜੇ ਆਪਾਂ ਕਿਸੇ ਵੀ ਮਤਲਬ ਆਪਣੇ ਮੈਥ ਦੇ ਵਿੱਚ ਦੇਖਿਆ ਜਾਵੇ, ਤਾਂ ਆਪਾਂ a ਡਿਵਾਈਡ b ਨੂੰ ਕੀ ਲਿਖ ਸਕਦੇ ਹਾਂ ਜਨਰਲੀ, a ਬਟਾ b ਐਂ ਲਿਖਦੇ ਆ, a ਡਿਵਾਈਡ ਬਾਈ b, ਹਨਾ। ਬਟ ਇੱਥੇ ਇਹਦਾ ਮਤਲਬ ਡਜ਼ ਨਾਟ ਮੀਨ, ਇਹਦਾ ਮਤਲਬ ਇਹ ਨਹੀਂ ਹੈਗਾ a ਡਿਵਾਈਡ b ਡਜ਼ ਨਾਟ ਮੀਨ a ਬਾਈ b, ਆ ਮੀਨ ਨਹੀਂ ਹੈਗਾ ਇਹਦਾ ਕਿ a ਨੂੰ b ਡਿਵਾਈਡ ਕਰਦਾ। ਇੱਥੇ ਮੀਨ ਕੀ ਹੈ, ਇੱਥੇ ਮੀਨ ਹੈਗਾ ਟਰੂ ਮੀਨ ਹੈਗਾ ਜਿਹੜਾ ਇਹਦਾ ਸਹੀ ਮੀਨ, ਉਹ ਹੈਗਾ b ਡਿਵਾਈਡ ਬਾਈ a, ਆ ਮੀਨ ਜੇ b a ਨੂੰ ਡਿਵਾਈਡ ਕਰ। ਵੈਸੇ ਆਪਣੇ ਜਨਰਲੀ ਮੈਥ ਦੇ ਵਿੱਚ ਆਪਾਂ ਇਸ ਟਰਮ ਨੂੰ ਐਂ ਲਿਖਦੇ ਆ, ਬਟ ਇਹ ਨੰਬਰ ਥਿਓਰੀ ਵਿੱਚ ਆਪਣਾ ਮਤਲਬ ਕੀ ਹੈ, b ਬਾਈ a, ਯਾਨੀ ਕਿ b ਨੂੰ a ਡਿਵਾਈਡ ਕਰ ਰਿਹਾ, ਠੀਕ ਹੈ ਜੀ। ਨੋਟ ਹੋ ਗਿਆ ਪਹਿਲਾ ਪੁਆਇੰਟ। ਸੈਕਿੰਡ ਪੁਆਇੰਟ ਇਫ a ਡਿਵਾਈਡ b, अगर a b ਨੂੰ ਡਿਵਾਈਡ ਕਰ ਰਿਹਾ ਹੈ, a b ਨੂੰ ਡਿਵਾਈਡ ਕਰ ਰਿਹਾ ਹੈ, then माइनस a आल्सो डिवाइड b, माइनस a भी तो डिवाइड करेगा ही। देखो अगर मान लो 8 ਨੂੰ 4 डिवाइड कर रहा है तो कितना आएगा, 2 आ जाएगा। तो 8 ਨੂੰ -4 भी तो डिवाइड करेगा, वो कितना आ जाएगा, -2 आएगा। डिवाइड तो करेगा ना, आंसर चाहे कुछ भी आवे, ਆਪਾਂ ਨੂੰ ਆਂਸਰ ਨਾਲ मतलब नहीं हैगा। अगर a डिवाइड कर रहा है b ਨੂੰ, ਤਾਂ -a भी जनरली है कि वो b ਨੂੰ डिवाइड करेगा। ਇਹ ਆ ਗਿਆ ਸੈਕਿੰਡ ਨੰਬਰ ਨੋਟ, ठीक है जी। ਤਾਂ ਇਹ ਦੋ ਨੋਟ ਸੀਗੇ ਆਪਣੇ ਕੋਲ। ਪਹਿਲਾ a ਡਿਵਾਈਡ b ਡਜ਼ ਨਾਟ ਮੀਨ, ਇਹਦਾ ਆ ਮਤਲਬ ਨਹੀਂ ਹੁੰਦਾ ਵੀ a ਬਟਾ b ਹੋਵੇ, ਇਹਦਾ ਮੀਨ ਹੁੰਦਾ b ਡਿਵਾਈਡ ਬਾਈ a, ਯਾਨੀ ਕਿ a ਡਿਵਾਈਡ b ਯਾਨੀ ਕਿ 8 ਡਿਵਾਈਡ ਬਾਈ 4। ਅਗਰ a b ਨੂੰ a ਡਿਵਾਈਡ ਕਰ ਰਿਹਾ ਤਾਂ b ਨੂੰ -a ਵੀ ਡਿਵਾਈਡ ਕਰੇਗਾ ਹੀ ਕਰੇਗਾ, ਜਨਰਲ ਆਲਵੇਸ, ठीक है जी। क्लियर हो गया फर्स्ट पेज, डिविजिबिलिटी एंड नोट हो गया क्लियर। कुछ और भी नोट ने जी कर लेने ਇਹਦੇ। देखो इंपॉर्टेंट नोट कुछ और ने दो चार, वो भी ਤੁਸੀਂ कर लो। पहला की है जी अपने कोल, अगर a डिवाइड कर ਰਿਹਾ 0 ਨੂੰ, a डिवाइड कर ਰਿਹਾ 0 ਨੂੰ, ਇਹ ਐਗਜ਼ਾਮ ਦੇ ਵਿੱਚ ਕੁਐਸਚਨ ਆਇਆ ਹੋਇਆ। ਦੇਖੋ ਨੋਟਸ ਦੇ ਵਿੱਚੋਂ ਹੀ, ਇਹਦੇ ਵਿੱਚ ਮੈਂ ਤੁਹਾਨੂੰ ਕਿਹਾ ਨੰਬਰ ਥਿਓਰੀ ਦੇ ਵਿੱਚ ਜਾਂ ਤਾਂ ਥਿਓਰਮਸ ਦੇ ਵਿੱਚੋਂ ਜਾਂ ਨੋਟ ਦੇ ਵਿੱਚੋਂ ਹੀ ਆਪਣੇ ਕੋਲ MCQ ਬਣਨਗੇ, और इधर कोई ज़्यादा MCQ नहीं है। अगर a डिवाइड कर रहा है 0 ਨੂੰ, ਇਹ ਸ਼ਾਇਦ ਬੈਕਲੌਗ ਵਾਲੇ ਪੇਪਰ ਦੇ ਵਿੱਚ ਕੁਐਸਚਨ ਆਇਆ ਸੀਗਾ, a डिवाइड कर रहा है 0 ਨੂੰ, ਤਾਂ ਕੀ ਹੋਏਗਾ, a डिवाइड कर रहा है 0 ਨੂੰ such that ਜਦੋਂ 0 a ਦੇ ਇਕੁਅਲ ਹੋਏਗਾ, ਠੀਕ ਹੈ ਜੀ। 0 ਨੂੰ a ਕਦੋਂ ਡਿਵਾਈਡ ਕਰ ਸਕਦਾ, ਇੱਕ ਹੀ ਕੰਡੀਸ਼ਨ ਤੇ ਡਿਵਾਈਡ ਕਰ ਸਕਦਾ ਕਿ 0 a ਦੇ ਇਕੁਅਲ ਹੋਵੇ। ਬਟ ਫਿਰ ਤਾਂ ਆਪਾਂ ਤਾਂ ਕੀ ਲੈ ਕੇ ਚੱਲਦੇ ਹਾਂ, a not equal to 0, ਆਪਾਂ ਤਾਂ ਇਹ ਕਹਿੰਦੇ ਹੁੰਦੇ b not equal to 0 ਹੈ, ਠੀਕ ਹੈ ਜੀ। ਤਾਂ ਇਹਦਾ ਮਤਲਬ ਕੀ ਹੈ, ਇਹ 0 ਨੂੰ ਉਦੋਂ ਹੀ ਡਿਵਾਈਡ ਕਰ ਸਕਦਾ ਹੈ ਅਗਰ ਉਹ ਉਹਦੇ ਇਕੁਅਲ ਹੋ ਜੇ, ਅਦਰਵਾਈਜ਼ ਉਹ ਡਿਵਾਈਡ ਨਹੀਂ ਕਰ ਸਕਦਾ। ਮਤਲਬ ਇਹ ਅਗਰ not equal to 0 ਹੈਗਾ, ਠੀਕ ਹੈ ਜੀ। 1 ਨੰਬਰ ਪੁਆਇੰਟ। ਸੈਕਿੰਡ, ਜਿਹੜਾ 1 ਹੁੰਦਾ ਹੈ, 1 ਡਿਵਾਈਡ ਐਵਰੀ ਇੰਟੀਜਰ, ਆਪਾਂ ਨੂੰ ਪਤਾ ਹੀ ਹੈ ਇੱਕ ਹਰੇਕ ਇੰਟੀਜਰ ਨੂੰ ਡਿਵਾਈਡ ਕਰ ਸਕਦਾ ਹੈ। 1 ਡਿਵਾਈਡ ਐਵਰੀ ਇੰਟੀਜਰ, कुछ भी ला लो, 1 डिवाइड a, 1 डिवाइड b, 1 डिवाइड 100, 1 डिवाइड 10, कुछ भी ला लो, तब 1 डिवाइड करता है एवरी इंटीजर, इसका सेकंड नंबर, ठीक है जी। थर्ड नंबर नोट की कहता है, कहता कोई भी इंटीजर आपदे आप ਨੂੰ डिवाइड करेगा, मींस a डिवाइड a,
ठीक है जी, ऑलवेज होएगा। कोई भी इंटीजर हैगा है आपदे आप ਨੂੰ डिवाइड करेगा, b b डिवाइड b, c c डिवाइड c, 4 डिवाइड 4, मतलब कोई भी इंटीजर हैगा वो आपदे आप ਨੂੰ डिवाइड हमेशा ऑलवेज करेगा ही करेगा। ये हैगा थर्ड नंबर। ठीक है जी, फोर्थ नंबर पॉइंट ਦੇ ਵਿੱਚ ਕੀ ਕਹਿੰਦਾ ਹੈ, ਕਹਿੰਦੇ ਜਿਹੜੀ ਡਿਵਾਈਡ ਹੁੰਦੀ ਹੈ, ਡਿਵਾਈਡ is not everywhere, not everywhere defined, not everywhere defined in integers। ਇੰਟੀਜਰ ਦੇ ਵਿੱਚ ਕਹਿੰਦਾ ਨੋਟ ਐਵਰੀਵੇਅਰ ਡਿਫਾਈਨਡ ਨਹੀਂ ਹੁੰਦੀ, ਕਈ ਵਾਰ ਹੋ ਸਕਦਾ ਇੰਟੀਜਰ ਨਾਲ ਡਿਵਾਈਡ ਕਰ ਹੋ ਸਕਦਾ ਹੈ ਘਰ 'ਚ। ਠੀਕ ਹੈ ਜੀ, ਇੰਟੀਜਰ ਦੇ ਵਿੱਚ ਜਿਹੜੀ ਆਪਣੇ ਕੋਲੇ ਡਿਵਾਈਡ ਹੁੰਦੀ ਹੈ ਉਹ ਐਵਰੀਵੇਅਰ ਡਿਫਾਈਨਡ ਨਹੀਂ ਹੁੰਦੀ। क्लियर, फोर्थ नंबर चारों पॉइंट क्लियर हो गए, इंपॉर्टेंट नोट सीखे। ए डिवाइड करेगा 0 ਨੂੰ when a not equal to 0, 1 डिवाइड करेगा एवरी इंटीजर ਨੂੰ, हर इंटीजर अपने आप ਨੂੰ डिवाइड करेगा, जिन्हें कि a डिवाइड a, b डिवाइड b, c डिवाइड c, 4 डिवाइड 4, a डिवाइड 8, ये कुछ भी ले सकते हो। डिवाइड इज नॉट एवरीवेयर डिफाइंड इन इंटीजर। ठीक है जी, ਜਿਹੜੀ डिवाइड ਹੁੰਦੀ ਹੈ ਇਹ एवरीवेयर डिफाइंड नहीं ਹੁੰਦੀ ਕਿਹਦੇ ਚ, ਇੰटीजर। क्लियर, चलो जी। ਹੁਣ ਆਪਣੇ ਕੋਲੇ ਆਉਂਦਾ ਜੀ ਪ੍ਰੋਪਰ ਡਿਵਾਈਜ਼ਰ ਤੇ ਇਨਪ੍ਰੋਪਰ ਡਿਵਾਈਜ਼ਰ। ਪ੍ਰੋਪਰ ਐਂਡ ਇਨਪ੍ਰੋਪਰ ਡਿਵਾਈਜ਼ਰ। ਸਭ ਤੋਂ ਪਹਿਲਾਂ ਆਪਾਂ ਪ੍ਰੋਪਰ ਡਿਵਾਈਜ਼ਰ ਦੇਖਾਂਗੇ, ਫਿਰ ਇਨਪ੍ਰੋਪਰ ਡਿਵਾਈਜ਼ਰ। ਤਾਂ ਪ੍ਰੋਪਰ ਡਿਵਾਈਜ਼ ਕਿਹੜੇ ਹੁੰਦੇ ਨੇ, ਜਿਹੜੇ ਆਪਦੇ ਆਪ ਨੂੰ ਛੱਡ ਕੇ ਬਾਕੀ ਜਿੰਨੇ ਵੀ ਉਹਦੇ ਡਿਵਾਈਜ਼ਰ ਹੋਣਗੇ ਉਹ ਪ੍ਰੋਪਰ ਡਿਵਾਈਜ਼ਰ ਹੋਣਗੇ, ਆਪਦੇ ਆਪ ਨੂੰ ਛੱਡ ਕੇ ਤੇ 1 ਨੂੰ ਛੱਡ ਕੇ। ਠੀਕ ਹੈ, ਅਗਰ ਆਪਾਂ b ਨੂੰ ਡਿਵਾਈਡ ਕਰਵਾ ਰਹੇ ਹਾਂ a ਨਾਲ, b ਨੂੰ ਆਪਾਂ ਡਿਵਾਈਡ ਕਰਵਾ ਰਹੇ ਹਾਂ a ਨਾਲ, ਤਾਂ ਇੱਕ ਤਾਂ 1 ਨੂੰ ਛੱਡ ਕੇ, ਇੱਕ ਪਲੱਸ ਮਾਈਨਸ a ਨੂੰ ਛੱਡ ਕੇ, 1 ਨੂੰ ਛੱਡ ਕੇ ਤੇ ਪਲੱਸ ਮਾਈਨਸ 1 ਨੂੰ ਛੱਡ ਕੇ ਬਾਕੀ ਜਿੰਨੇ ਵੀ ਡਿਵਾਈਜ਼ਰ ਹੋਣਗੇ b ਦੇ ਉਹ ਹੋਣਗੇ ਪ੍ਰੋਪਰ ਡਿਵਾਈਜ਼ਰ। b ਦੇ ਜਿੰਨੇ ਵੀ ਡਿਵਾਈਜ਼ਰ ਹੋਣਗੇ ਉਹ ਹੋਣਗੇ ਪ੍ਰੋਪਰ ਡਿਵਾਈਜ਼ਰ। ਐਗਜ਼ਾਮਪਲ ਲਵਾਂਗੇ ਆਪਾਂ ਜ਼ਰੂਰ, ਤਾਂ ਤੁਹਾਨੂੰ ਬਿਲਕੁਲ clear। ਮੰਨ ਲਓ 16 ਆਪਣੇ ਕੋਲ, ਤਾਂ 16 ਦੇ ਹੁਣ ਡਿਵਾਈਜ਼ਰ ਦੇਖੋ ਜੀ, 16 ਦੇ ਕਿਹੜੇ ਕਿਹੜੇ ਡਿਵਾਈਜ਼ਰ, ਪਲੱਸ ਮਾਈਨਸ 2, प्लस माइनस 4। आपका क्या ना, अगर 2 डिवाइड करेगा तो माइनस 2 डिवाइड करेगा, अगर 4 डिवाइड करेगा तो माइनस 4 भी डिवाइड करेगा, और क्या आएगा प्लस माइनस 8। हाँ जी, ये प्लस माइनस 1 भी आएगा तो प्लस माइनस 16 भी आएगा, बट अगर वो आप लवांगे तो वो प्रॉपर नहीं रहने। प्रॉपर डिवाइजर किहड़े मन्ने जाणगे, सिर्फ आह 3 प्लस माइनस 2 प्लस माइनस 4 प्लस माइनस 8। छड्डना किहनूं आपां, एक तां 1 नूं, एक इटसैल्फ नूं, यानी कि a नूं 16। अगर आप होर कोई एग्जाम्पल देखिए, अगर आप 10 देखिए, 10 के डिवाइजर किहड़े किहड़े, प्लस माइनस 2 प्लस माइनस 5। ठीक है, आई होगी शायद एडवाइज। ये हो गया अपने को प्रॉपर डिवाइस। ठीक है जी, प्रॉपर डिवाइजर समझ आ गई किहड़े हुंदे ने, ਜਿਹੜੇ 1 ਨੂੰ ਤੇ ਇਟ ਸੈਲਫ ਨੂੰ ਛੱਡ ਕੇ ਜਿੰਨੇ ਵੀ ਡਿਵਾਈਜ਼ਰ ਹੋਣਗੇ ਕਿਸੇ ਨੰਬਰ ਦੇ, ਉਹਨਾਂ ਨੂੰ ਆਪਾਂ ਬੋਲਾਂਗੇ ਪਰ डिवाइजर। हमेशा प्लस माइनस च होंगे, क्योंकि अगर प्लस 2 डिवाइड करेगा तो ऑब्वियस है कि माइनस 2 भी उसी नंबर में डिवाइड करेगा ही करेगा। अगर प्लस 4 डिवाइड करेगा 16 तो माइनस 4 भी 16 डिवाइड करेगा ही करेगा। ठीक है जी, ये सी अपने को प्रॉपर डिवाइस। क्लियर, हाँ जी, इन्नी गल क्लीयर होगी सबनों, लिख दो गैस, लिख दो अगर इन्नी गल क्लीयर होगी तो। चलो जी, हम आप मूव करते हैं अगे इम्प्रॉपर डिवीजन। इम्प्रॉपर डिवीजन वही जो प्रॉपर ना हो, इम्प्रॉपर, तो इम्प्रॉपर फिर किहड़े किहड़े हो जाएंगे, प्लस माइनस 1 और प्लस माइनस ए। जिवें आपां अगर ऊपर ही एग्जाम्पल लईए 16, तो 16 के अगर इम्प्रॉपर डिवीजन देखने हो तो प्लस माइनस 1 ते प्लस माइनस 16 आ हो गए इम्प्रॉपर। अगर आपां 10 दे देखिए तो 10 दे किहड़े हो जाएंगे, प्लस माइनस 1 प्लस माइनस 10। अगर टोटल डिवाइजर देखने हो तो फिर इन्हों तो इन्हों दोनों को मिला देंगे, प्लस माइनस 1 प्लस माइनस 2 प्लस माइनस 4 प्लस माइनस 8 प्लस माइनस 16, वो हो जाएंगे टोटल डिवाइजर। लेकिन अगर प्रॉपर देखने हो 1 ਨੂੰ ਤੇ ਇਟਸੈਲਫ ਨੂੰ ਛੱਡ ਕੇ, ਤੇ ਇੰਪ੍ਰੋਪਰ ਦੇਖਣੇ ਹੋ ਤਾਂ ਓਨਲੀ 1 ਐਂਡ ਇਟਸੈਲਫ, ਉਹ ਇੰਪ੍ਰੋਪਰ। ਕਲੀਅਰ ਜੀ, ਸਾਰੀ ਗੱਲ।
प्रॉपर डिवाइजर वाले और इम्प्रॉपर डिवाइजर। आई थिंक क्लियर हो गया होना सारा कुछ। चलो जी ਗੱਲ ਕਰਦੇ ਹਾਂ ਆਪਾਂ ਈਵਨ ਨੰਬਰ ਬਾਰੇ ਔਡ ਨੰਬਰ ਬਾਰੇ। ਆਪਾਂ ਨੂੰ ਜਨਰਲੀ ਪਤਾ ਹੀ ਹੁੰਦਾ ਕਿ ਈਵਨ ਨੰਬਰ ਕੀ ਹੁੰਦੇ ਆ, ਔਡ ਨੰਬਰ ਕੀ, ਪਰ ਫਿਰ ਵੀ ਆਪਾਂ ਇੱਕ ਵਾਰ ਕਨਸੈਪਟ ਕਰ ਲੈਂਦੇ ਆ ਇਹ ਕਿ ਈਵਨ ਨੰਬਰ ਕਿਹੜੇ ਹੁੰਦੇ ਆ। 10 ਨੰਬਰ which is divisible by 2। 10 ਨੰਬਰ which is divisible by 2। ਇਹ ਗੱਲ ਤਾਂ ਸੀਗੀ ਜੀ, ਆਪਾਂ ਨੂੰ ਜਨਰਲੀ ਪਤਾ ਹੁੰਦਾ, ਪਰ ਇੱਥੇ ਕਦੇ ਕਦੇ ਆਪਾਂ ਕਨਫਿਊਜ਼ ਹੋ ਜਾਂਦੇ ਆ ਜਦੋਂ ਕੁਐਸਚਨ ਪੁੱਛਿਆ ਜਾਵੇ ਕਿ ਇਹਨੂੰ ਡਿਨੋਟ ਕਿਵੇਂ ਕਰਦੇ ਆ। ਈਵਨ ਨੰਬਰ is denoted even number is denoted by 2k form। 2k ਨਾਲ ਇਹਨੂੰ ਆਪਾਂ ਹੈਗਾ ਜੀ ਡਿਨੋਟ ਕਰਦੇ ਹਾਂ। ਕਦੇ ਕਦੇ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਈਵਨ ਨੰਬਰ ਨੂੰ ਆਪਾਂ ਕਿਵੇਂ ਡਿਨੋਟ ਕਰਦੇ ਹਾਂ, ਤਾਂ ਉਦੋਂ ਆਪਾਂ ਥੋੜਾ ਜਿਹਾ ਕਨਫਿਊਜ਼ ਹੋ ਜਾਂਦੇ ਆ। ਤਾਂ ਤੁਸੀਂ ਹਮੇਸ਼ਾ ਹੀ ਧਿਆਨ ਰੱਖਣਾ ਹੈ ਈਵਨ ਨੰਬਰ ਨੂੰ ਆਪਾਂ ਡਿਨੋਟ ਕਰ ਸਕਦੇ ਹਾਂ 2k, ਜਾਂ ਫਿਰ ਇਹਨੂੰ ਕਰ ਸਕਦੇ ਹਾਂ 2k plus 2, 2k plus 4, मतलब ऑल इवन, सारे इवन होने चाहिए जी। इवन 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 इवन, अगर सारा कुछ इवन होएगा तो वो अपने को नंबर ही इवन बनेगा। ठीक है, फिर ओड नंबर 10 नंबर, 10 नंबर विच इज नॉट डिविजिबल बाय 2। ਜਿਹੜੇ ਦੋ ਨਾਲ ਡਿਵੀਜ਼ੀਬਲ ਨਹੀਂ ਹੁੰਦੇ ਉਹ ਕਿਹੜੇ ਹੁੰਦੇ ਆ, ਓਡ ਨੰਬਰ, ਨੋਟ ਡਿਵੀਜ਼ੀਬਲ ਬਾय 2। ਠੀਕ ਹੈ ਜੀ, ਤਾਂ ਫਿਰ ਇਹਨਾਂ ਨੂੰ ਕੀ ਡਿਨੋਟ ਕਰ ਦਾਂਗੇ, ਇਹ ਆ ਜਾਣਗੇ ਆਪਣੇ ਕੋਲ 2k plus 1, ਜਾਂ ਫਿਰ 2k plus 3, 2k plus 5। ਠੀਕ ਹੈ ਜੀ, ਤਾਂ ਇਹ ਹੁੰਦਾ ਆਪਾਂ ਓਡ ਨੰਬਰ ਨੂੰ ਡਿਨੋਟ ਕਰਦਾ। ਕੁਐਸਚਨ ਆਪਾਂ ਨੂੰ ਆ ਸਕਦਾ ਹੈ ਕਿ ਆਪਾਂ ਇਵਨ ਨੰਬਰ ਨੂੰ ਕਿਵੇਂ ਡਿਨੋਟ ਕਰਾਂਗੇ। ਇੱਕ ਆਪਸ਼ਨ ਮੰਨ ਲਓ ਆਪਣੇ ਕੋਲ ਆ ਹੈ ਤੇ 3 ਆਪਸ਼ਨ ਆ ਹਨ, ਤਾਂ ਆਪਾਂ ਨੂੰ ਪਤਾ ਹੋਣਾ ਜ਼ਰੂਰੀ ਹੈ ਕਿ ਇਵਨ ਨੰਬਰ ਆਪਾਂ ਕਿਵੇਂ ਡਿਨੋਟ ਕਰਾਂਗੇ। ਠੀਕ ਹੈ ਜੀ, ਫਿਰ ਇੱਕ ਗੱਲ ਹੋਰ ਜਿਹੜੀ ਹੈਗੀ ਹੈ, ਈਵਨ ਨੰਬਰ ਐਂਡ ਓਡ ਨੰਬਰ ਕੀ ਹੁੰਦੇ ਨੇ, ਕੌਨਸਟੀਟਿਊਟਿਵ ਨੰਬਰ ਹੁੰਦੇ ਨੇ। ਕਿਹੜੇ ਨੰਬਰ ਹੁੰਦੇ ਨੇ, ਕੌਨਸਟੀਟਿਊਟਿਵ। ਕਿ ਹਰ ਇੱਕ ਈਵਨ ਨੰਬਰ ਬਾਅਦ ਕੀ ਆਉਂਦਾ ਹੈ, ਓਡ ਨੰਬਰ ਆਉਂਦਾ ਹੈ। ਮੰਨ ਲਓ 2 ਈਵਨ ਹੈ ਤਾਂ ਉਸ ਤੋਂ ਬਾਅਦ ਕੀ ਆਏਗਾ, 3 ਓਡ, ਫਿਰ 4 ਈਵਨ, ਫਿਰ 5 ਓਡ, ਇਨकी ਸਟਾਰਟਿੰਗ 1 ਤੋਂ ਹੁੰਦੀ ਹੈ ਓਡ ਤੋਂ, ਫਿਰ 6 ਈਵਨ, 7 ਓਡ। ਤਾਂ ਇਹ ਕੀ ਨੇ, ਆਪਸ ਦੇ ਵਿੱਚ ਕੰਸਟੀਟਿਊਟਿਵ ਨੰਬਰ ਕਿ ਲਗਾਤਾਰ। ਠੀਕ ਹੈ ਜੀ, ਓਡ ਨੰਬਰ ਐਂਡ ਈਵਨ ਨੰਬਰ ਕੀ ਹੁੰਦੇ ਨੇ ਆਪਸ ਚ, consecutive number। clear everything about even number and odd number। ठीक है जी, चलो मूव करते हैं ਆਪਾਂ ਥਿਓਰਮਸ ਵੱਲ। ਦੇਖੋ ਆ ਜਿਹੜੀਆਂ ਥਿਓਰਮਸ ਨੇ ਆਪਣੀਆਂ ਨਾ, ਇਹਨਾਂ ਦੇ ਵਿੱਚੋਂ ਆਪਾਂ ਨੂੰ ਐਮਸੀਕਿਊ ਬਣਨਗੇ। ਇੰਪੋਰਟੈਂਟ ਥਿਓਰਮਾਂ ਲੈਣੀਆਂ ਸਾਰੀਆਂ ਅੱਜ ਦੇ ਡੇ ਦੀਆਂ, ਬਸ ਤੁਸੀਂ ਧਿਆਨ ਨਾਲ ਸਮਝਣਾ। ਥਿਓਰਮ ਇਹ ਨਹੀਂ ਹੈਗੀ ਕਿ ਆਪਾਂ ਜਿਵੇਂ ਬੀਐਸਸੀ ਐਮਐਸਸੀ ਜਾਂ ਪਲੱਸ 2 ਚ ਕਰਕੇ ਆਏ ਕਿ ਪ੍ਰੂਵ ਕਰਨ ਵਾਲੇ, ਸਿਰਫ ਰਿਜ਼ਲਟ ਯਾਦ ਰੱਖਣੇ ਨੇ ਆਪਾਂ ਥਿਓਰਮਸ ਦੇ। ਤਾਂ ਪਹਿਲੀ ਥਿਓਰਮ ਕੀ ਕਹਿੰਦੀ ਹੈ ਜੀ, ਪਹਿਲੀ ਥਿਓਰਮ ਦਾ ਰਿਜ਼ਲਟ ਜਿਹੜਾ ਹੈਗਾ ਹੈ, the product of two even number is always even। अगर दो इवन नंबरां ਦੀ ਆਪਾਂ ਪ੍ਰੋਡਕਟ ਕਰਾਂਗੇ ਤਾਂ ਉਹ ਆਲਵੇਜ਼ ਕੀ ਆਣਗੇ, ਇਵਨ ਆਣਗੇ। ਐਗਜ਼ਾਮਪਲ ਅਗਰ ਆਪਾਂ ਦੇਖੀਏ ਜੀ, ਜਿਵੇਂ ਦੋ ਇਵਨ ਨੰਬਰ ਲੈਣੇ ਨੇ, 2 into 2 4 ਕਰ 4 ਹੋ ਗਿਆ, ਇਹ ਵੀ ਇਵਨ ਆਏਗਾ। 4 into 4 ਕਰ ਲਓ ਜੀ 16, ਇਹ ਵੀ ਇਵਨ ਆਏਗਾ। 8 into 8 ਕਰ ਲਓ 64, ਤਾਂ ਇਹ ਵੀ ਕੀ ਆਏਗਾ, ਇਵਨ ਆਏਗਾ। ਅਗਰ ਦੋ ਨੰਬਰਾਂ ਦੀ ਆਪਾਂ ਇਵਨ ਨੰਬਰਾਂ ਦੀ ਪ੍ਰੋਡਕਟ ਕਰਦੇ ਆ ਤਾਂ ਉਹ ਆਲਵੇਜ਼ ਕੀ ਆਏਗੀ, ਇਵਨ ਆਏਗੀ। ਇਹ ਇੰਪੋਰਟੈਂਟ ਥਿਓਰਮ ਹੈ ਜੀ। ਠੀਕ ਹੈ ਜੀ, ਪੁੱਛੀ ਜਾ ਸਕਦੀ ਹੈ ਦੋ ਪ੍ਰੋਡਕਟਾਂ ਦੇ, ਕਿਉਂਕਿ ਜਿਹੜੇ ਮਾਸਟਰ ਅਕੈਡਮੀ ਦਾ ਆਪਣਾ ਉਹਦੇ ਵਿੱਚ ਐਦਾਂ ਦੇ ਹੀ ਬਸ ਟ੍ਰਿਕੀ ਜਿਹੇ ਕੁਐਸਚਨ ਆਉਂਦੇ ਨੇ। ਇਹ ਪਤਾ ਸਭ ਨੂੰ ਹੁੰਦਾ, ਬਟ ਕਈ ਵਾਰ ਕੀ ਹੁੰਦਾ ਆਪਣਾ ਦਿਮਾਗ ਕਨਫਿਊਜ਼ ਹੋ ਜਾਂਦਾ। ਤਾਂ ਇੱਦਾਂ ਦੀਆਂ ਗੱਲਾਂ ਆਪਾਂ ਨੂੰ ਜ਼ਰੂਰੀ ਹੈ ਇੱਕ ਵਾਰ ਰੀਡ ਕਰਨੀਆਂ। ਇਹ ਜੀ ਆਉਂਦਾ ਸਭ ਨੂੰ ਹੁੰਦਾ, ਕੋਈ ਨਵੀਂ ਗੱਲ ਹੈ ਨਹੀਂ, ਵੱਖਰੀ ਗੱਲ ਨਹੀਂ ਹੈਗੀ ਕਿ ਤੁਹਾਨੂੰ ਨਹੀਂ ਪਤਾ, ਸਭ ਨੂੰ ਪਤਾ ਹੋਏਗਾ। ਬਟ ਫਿਰ ਵੀ ਇਹ ਜ਼ਰੂਰੀ ਹੋ ਜਾਂਦੀਆਂ ਚੀਜ਼ਾਂ ਜੋ ਸਿਲੇਬਸ ਦਾ ਪਾਰਟ ਹੋਣ। ਠੀਕ ਹੈ ਜੀ, ਤਾਂ ਸੈਕਿੰਡ ਥਿਓਰਮ ਆਟੋਮੈਟਿਕ ਹੀ ਆਏਗੀ ਜੀ, the product
ठीक है जी। मैं पूरी लाइन नहीं लिखांगा, मैं लिखांगा सिर्फ टू ओड नंबर की जी प्रोडक्ट होंगी है वो ऑलवेज की होंगी है, ऑड होंगी, ऑलवेज ऑड। देख लो जी, दो ओड नंबर लैके वन और वन ले लो, वन आएगा। ये तो सेम हो गए। वन और थ्री ले लो, थ्री आएगा। थ्री इंटू नाइन ले लो, 27 आएगा। ठीक है जी, कुछ भी ले लो तुसी, फाइव ले लो, सैवन ले लो, 35 आएगा। तो दो और नंबरों की जी प्रोडक्ट होंगी है वो ऑलवेज की होंगी है, ओड होंगी है। दो इवन नंबरों की प्रोडक्ट जी होंगी है वो ऑलवेज इवन होंगी है। दो ओड नंबरों की जी प्रोडक्ट होंगी है वो ऑलवेज ऑड होंगी। ठीक है जी। थर्ड जी थ्योरम है वो दोनों का है मिक्सचर। मिक्सचर मतलब अगर आप करिए एक इवन नंबर ले लीए, द प्रोडक्ट ऑफ इवन इंटू ऑड, प्रोडक्ट ऑफ इवन इंटू ऑड इज ऑलवेज इवन। आ थ्योरम जी हैगी ना ये इंपोर्टेंट रिजल्ट है अपने को कि इवन नंबर की अगर आप प्रोडक्ट करिए ऑड नंबर नाल तो ऑलवेज की बनता इवन बनता। करके देख लो जी, टू ले लो इवन, थ्री ले लो ऑड, की आ गया सिक्स, सिक्स आ गया इवन। तुसी ले लो जी फोर ले लो इवन, सेवन ले लो और तक कितना आ गया जी 28 इवन आ गया। तो अगर एक इवन एक और होएगा तो रिजल्ट ऑलवेज की आएगा इवन आएगा उन्होंने प्रोडक्ट। इंपोर्टेंट थ्योरमां सी तीनों डन हो चुकी ने। ठीक है जी, कुछ ज़्यादा का खास कंसैप्ट नहीं सीगा बट फिर भी ਆਪਾਂ ਨੂੰ स्टेटमेंट के रूप च अगर क्वेश्चन आ जाता ना फिर थोड़ा जिहा ਆਪਾਂ ਨੂੰ ਆਪਾਂ बाय ऑप्शन भी कर सकते हैं तो ਆਪਾਂ ਨੂੰ अगर दिन लर्न किया होया ਜਾਂ पहले पता है नॉलेज है तो ਆਪਾਂ विद इन सैकेंड कर सकते। ਮੇਨ ਗੱਲ ਆਪਣਾ ਉੱਥੇ ਹੈਗਾ ਜੀ ਟਾਈਮ ਬਚਾਉਣਾ ਕਿਉਂਕਿ ਅਗਰ ਇਹ ਆਪਾਂ ਕਰਨ ਨੂੰ ਇਹ ਕੁਛ ਨਹੀਂ ਹੈਗਾ ਜੀ ਆਪਣੇ ਲਈ ਉੱਥੇ ਆਪਾਂ ਇਵਨ ਤੇ ਓਡ ਨੂੰ ਆਪਾਂ ਬਾਈ ਆਪਸ਼ਨ ਪੁੱਟ ਕਰਕੇ ਵੀ ਦੇਖ ਸਕਦੇ ਹਾਂ। ਠੀਕ ਹੈ ਜੀ, ਅਗਰ ਆਪਣੇ ਸਿੱਧਾ ਹੀ ਲਰਨ ਹੋਏਗਾ ਕਿ ਇਵਨ ਇਨਟੂ ਓਡ ਇਵਨ ਹੁੰਦਾ ਹੈ ਤਾਂ ਆਪਣੇ ਕੋਲ ਉੱਥੇ ਟਾਈਮ ਬਹੁਤ ਬਚੇਗਾ। ਤਾਂ ਮੇਨ ਗੱਲ ਹੈਗੀ ਆਪਣਾ ਟਾਈਮ ਬਚਾਉਣਾ। ਚਲੋ ਜੀ, ਤਿੰਨ ਥਿਓਰਮਾਂ ਡਨ। ਚਲੋ ਉਹ ਤਿੰਨ ਥਿਓਰਮਾਂ ਡਨ ਹੋਈਆਂ ਤਾਂ ਨੈਕਸਟ 3 ਥਿਓਰਮ ਆਪਣੇ ਕੋਲ ਆ ਗਏ। ਚਲੋ ਜੀ, ਥਿਓਰਮ ਨੰਬਰ 4 ਕੀ ਕਹਿੰਦੇ ਜੀ, ਫੋਰਥ ਥਿਓਰਮ ਦੇਖਦੇ ਹਾਂ ਆਪਾਂ। if a is divisor of b, if a is a divisor of b, a being the divisor है, if a is divisor of b and b is divisor of c and ऐदां दे MCQ ਆਪਾਂ ਨੂੰ ਜ਼ਿਆਦਾ ਆਉਂਦੇ ਆ and b is divisor and b is divisor of c, b किहदा divisor है c, then a is divisor, then a is divisor of c। ठीक है जी, आह थ्योरम ਦਾ ਸ਼ਰਤ ਹੈ अगर a b ਨੂੰ डिवाइड करता है b c ਨੂੰ डिवाइड करता है तो a ऑलवेज c ਨੂੰ डिवाइड करेगा ही करेगा। देखो जी की कहता, अगर a डिवाइड करता b ਨੂੰ and b डिवाइड करता c ਨੂੰ इंप्लाइज दैट की करेगा a डिवाइड करेगा ऑलवेज c ਨੂੰ। ਇਹ ਕਹਿੰਦਾ ਕਰਕੇ देख लेंगे जी ਆਪਾਂ। a ਲੈ ਲਓ 2, b ਲੈ ਲਓ 4, c ਲੈ ਲਓ 16। ठीक है जी, आप देखो एग्जांपल मान लांगे तो a डिवाइड बाय a डिवाइड b यानी कि 2 डिवाइड 4 करता है जी। ठीक है, b डिवाइड c यानी कि 16 ये भी करता है। तो इंप्लाइज दैट a कितना सी 2 डिवाइड करेगा 16 ਨੂੰ ऑलवेज ਇਹ ਰਿਜ਼ਲਟ ਸੀ। ਤਾਂ ਆਪਾਂ ਨੂੰ ਕੁਐਸਚਨ ਪੁੱਛਿਆ ਜਾਂਦਾ ਇੰਨੀ ਇੱਥੋਂ ਤੱਕ ਸਟੇਟਮੈਂਟ ਆਪਾਂ ਨੂੰ ਦੇਣਗੇ। ਠੀਕ ਹੈ ਜੀ, ਅੱਗੇ ਆਪਾਂ ਨੂੰ ਪੁੱਛ ਲੈਣਗੇ a by c, c by a, a c ਜਾਂ ਇਦਾਂ ਦੇ ਆਪਸ਼ਨ ਆਪਾਂ ਨੂੰ ਦੇ ਦੇਣਗੇ ਤਾਂ ਉਹਨਾਂ ਦੇ ਵਿੱਚੋਂ ਆਪਣਾ ਆਹ ਵਾਲਾ ਹੋਏਗਾ ਰਾਈਟ ਆਂਸਰ। a डिवाइड करेगा c, अगर a डिवाइजर ऑफ b, b is divisor of c, then बस ਇੱਥੋਂ then ਤੱਕ ਆਪਾਂ ਨੂੰ ਆਨਸਰ ਕੁਐਸਚਨ ਦੇਣਗੇ। ਉਹਦੇ ਬਾਅਦ ਨੀਚੇ ਚਾਰ ਆਪਸ਼ਨ ਹੋਣਗੇ a डिवाइड by c, c डिवाइड by a, b डिवाइड by a, ਠੀਕ ਹੈ ਜੀ ਨਨ, ਤਾਂ ਆਪਣਾ ਆਨਸਰ ਆ ਜਾਏਗਾ a डिवाइड by। ठीक है जी, डन थ्योरम नंबर 4। वो करते हैं थ्योरम नंबर 5। इफ a डिवाइड b, अगर a b ਨੂੰ b डिवाइड by a, ठीक है जी, a डिवाइड करता b ਨੂੰ, if a डिवाइड b and b डिवाइड a b ਨੂੰ डिवाइड करता है b a ਨੂੰ डिवाइड करता है then
ऑलवेज होएगा ए इक्वल टू प्लस माइनस ਤਾਂ ਹੀ ਪੋਸੀਬਲ ਹੈ a b ਨੂੰ a b ਨੂੰ ਡਿਵਾਈਡ ਕਰੇ b ਨੂੰ a ਨੂੰ ਡਿਵਾਈਡ ਕਰੇ ਤਾਂ ਉਹਦੀ ਪੋਸੀਬਲ ਹੈ ਜਦੋਂ ਦੋਨੋਂ ਇੱਕ ਦੂਜੇ ਦੇ ਇਕੁਅਲ ਹੋਣਗੇ ਠੀਕ ਹੈ ਜੀ ਐਗਜ਼ਾਮਪਲ ਲੈ ਲਓ 2 ਜਿਵੇਂ ਡਿਵਾਈਡ ਕਰਦਾ ਹੈ ਆਪਣੇ ਕੋਲ 2 ਨੂੰ ਇਧਰੋਂ ਵੀ 2 ਡਿਵਾਈਡ ਕਰਦਾ ਹੈ 2 ਠੀਕ ਹੈ ਜੀ ਤਾਂ ਆਪਾਂ ਇਹ ਵੀ ਬੋਲ ਸਕਦੇ ਹਾਂ 2 ਡਿਵਾਈਡ ਕਰਦਾ -2 ਨੂੰ -2 ਡਿਵਾਈਡ ਕਰਦਾ 2 ਨੂੰ ਠੀਕ ਹੈ ਜੀ ਤਾਂ ਇਹਦਾ ਮਤਲਬ a ਇਕੁਅਲ ਟੂ ਆ ਗਿਆ ਪਲਸ ਮਾਈਨਸ b ਯਾਨੀ ਕਿ 2 ਇਕੁਅਲ ਟੂ ਪਲਸ ਮਾਈਨਸ ਇਹ ਦੋਨੋਂ ਕੇਸ ਉਹਦੀ ਪੋਸੀਬਲ ਹੈ ਜਦੋਂ a ਤੇ b ਇਕੁਅਲ ਹੋਣਗੇ ਇਕੁਅਲ ਤਾਂ ਹੋਣਗੇ ਬਟ ਨਾਲ ਆਏਗਾ ਹਮੇਸ਼ਾ ਪਲਸ ਮਾਈਨਸ ਅਗਰ ਆਪਾਂ ਨੂੰ ਇਹ ਕੁਐਸਚਨ ਆਏਗਾ ਐਗਜ਼ਾਮ ਦੇ ਵਿੱਚ ਇਹ ਐਮਸੀਕਿਊ ਅਗਰ ਆਪਾਂ ਨੂੰ ਐਗਜ਼ਾਮ ਦੇ ਵਿੱਚ ਆਉਂਦਾ ਹੈ ਤਾਂ ਉੱਥੇ ਆਪਾਂ ਨੂੰ ਸਿੱਧਾ a ਇਕੁਅਲ ਟੂ b ਆਪਸ਼ਨ ਵੀ ਹੋਏਗਾ ਬਹੁਤੇ ਬੱਚੇ ਜਿਨ੍ਹਾਂ ਨੂੰ ਨਹੀਂ ਪਤਾ ਹੋਣਾ ਉਹ ਟਿਕ ਕਰਨਗੇ ਓਨਲੀ a ਇਕੁਅਲ ਟੂ ਬਟ ਇਹਦਾ ਰੀਅਲ ਆਂਸਰ ਕੀ ਹੈ a ਇਕੁਅਲ ਟੂ ਪਲਸ ਮਾਈਨਸ ਜਾਂ b ਇਕੁਅਲ ਟੂ ਪਲਸ ਮਾਈਨਸ ਇਹ ਛੋਟੀਆਂ ਛੋਟੀਆਂ ਜਿਹੜੀਆਂ ਗਲਤੀਆਂ ਨੰਬਰ ਥਿਊਰੀ ਦੇ ਵਿੱਚ ਉਹੀ ਨੰਬਰ ਕਰਵਾਉਣੀਆਂ ਓਨਲੀ a ਇਕੁਅਲ ਟੂ b ਜਿਹੜਾ ਹੋਏਗਾ ਉਹ ਰਾਈਟ ਆਂਸਰ ਨਹੀਂ ਹੋਏਗਾ ਕਿਉਂਕਿ ਮਾਈਨਸ ਵਾਲਾ ਵੀ ਇਹਦੇ ਵਿੱਚ ਇਨਕਲੂਡ ਹੋਏਗਾ ਅਗਰ 2 ਡਿਵਾਈਡ ਕਰਦਾ -2 ਨੂੰ ਤਾਂ -2 ਆਲਵੇਜ਼ ਡਿਵਾਈਡ ਕਰੇਗਾ 2 ਠੀਕ ਹੈ ਜੀ ਲੱਗ ਗਿਆ ਪਤਾ ਥਿਓਰਮ ਨੰਬਰ 5 ਦਾ ਕਿ ਆਹ ਆਪਸ਼ਨ ਜਿਹੜਾ ਹੈਗਾ ਉਹ ਰਾਈਟ ਨਹੀਂ ਹੋਏਗਾ ਆਪਸ਼ਨ ਰਾਈਟ ਹੋਏਗਾ ਆਹ ਵਾਲਾ ਪਲੱਸ ਮਾਈਨਸ ਵਾਲਾ ਆਹ ਕਦੇ ਵੀ ਰਾਈਟ ਨਹੀਂ ਹੋਏਗਾ ਤਾਂ ਅਗਰ ਜਿਨ੍ਹਾਂ ਨੂੰ ਨਹੀਂ ਪਤਾ ਹੋਣਾ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਆਉਂਦਾ ਤਾਂ ਉਹ ਆਲਮੋਸਟ ਟਿਕ ਕਰ ਦੇਣਗੇ a ਇਕੁਅਲ ਟੂ b ਕਿਉਂਕਿ ਦੇਖਣ 'ਚ ਹੀ ਪਤਾ ਲੱਗ ਰਿਹਾ ਆਪਣੇ ਕੋਲੇ ਜਨਰਲੀ ਕੋਈ ਵੀ ਮੈਥ ਹੁੰਦਾ ਹੈ a ਡਿਵਾਈਡ b b ਡਿਵਾਈਡ a ਤਾਂ ਆਪਾਂ ਹਮੇਸ਼ਾ ਹੀ ਕਹਿੰਦੇ ਕਿ a ਇਕੁਅਲ ਟੂ b ਹੋਏਗਾ ਹਨਾ ਇਹ ਕਹਿੰਦੇ ਬਟ ਇੱਥੇ ਇਹ ਰੋਂਗ ਹੈਗਾ a ਇਕੁਅਲ ਟੂ ਪਲੱਸ ਮਾਈਨਸ b ਹੋਏਗਾ ਠੀਕ ਹੈ ਜੀ ਥਿਓਰਮ ਨੰਬਰ 6 ਇਹ ਸਾਰੇ ਐਮਸੀਕਿਊ ਨੇ ਜਿੰਨੇ ਵੀ ਆਪਾਂ ਕਰ ਰਹੇ ਹਾਂ ਥਿਓਰਮ ਨੰਬਰ 6 ਕੀ ਕਹਿੰਦੀ ਹੈ if a ਡਿਵਾਈਡ b a b a ਡਿਵਾਈਡ ਕਰਦਾ b ਨੂੰ then a divide bk where k is integer देखो a अगर b ਨੂੰ ਹੀ ਡਿਵਾਈਡ ਕਰ ਗਿਆ ਤਾਂ b ਦੇ ਨਾਲ ਤੁਸੀਂ ਕੁਝ ਵੀ ਮਲਟੀਪਲਾਈ ਕਰੋ ਚਲੋ ਉਹ ਤਾਂ ਡਿਵਾਈਡ ਕਰੇਗਾ ਹੀ ਕਰੇਗਾ ਮੰਨ ਲਓ ਅਗਰ 8 ਨੂੰ 4 ਡਿਵਾਈਡ ਕਰ ਗਿਆ 8 ਕੀ ਹੈ b 4 ਕੀ ਹੈ a ਠੀਕ ਹੈ 8 ਦੇ ਨਾਲ ਤੁਸੀਂ ਚਾਹੇ 3 ਨੂੰ ਮਲਟੀਪਲਾਈ ਕਰ ਲਓ ਤਾਂ ਵੀ ਡਿਵਾਈਡ ਕਰੇਗਾ 8 ਦੇ ਨਾਲ ਤੁਸੀਂ 5 ਨੂੰ ਮਲਟੀਪਲਾਈ ਕਰ ਲਓ ਤਾਂ ਵੀ ਡਿਵਾਈਡ ਕਰੇਗਾ 8 ਦੇ ਨਾਲ ਤੁਸੀਂ ਚਾਹੇ 6 ਨੂੰ ਕਰ ਲਓ 8 ਦੇ ਨਾਲ ਚਾਹੇ ਤੁਸੀਂ p ਨੂੰ ਕਰ ਲਓ 8 ਨਾਲ ਚਾਹੇ ਤੁਸੀਂ n ਨੂੰ ਕਰ ਲਓ ਡਿਵਾਈਡ ਤਾਂ ਆਲਵੇਜ਼ ਕਰੇਗਾ ਹੀ ਕਰੇਗਾ ਕਿਉਂਕਿ ਉਹਨੇ ਤਾਂ ਡਿਵਾਈਡ ਕਰਨਾ ਹੈ a ਨੂੰ अगर a डिवाइड करता है b ਨੂੰ ਤਾਂ a always divide करेगा b k ਨੂੰ where k is integer clear theorem number 6 अगर a divide करता है b ਨੂੰ then a divide करेगा b k ਨੂੰ always ਇਹ क्वेश्चन भी ਆਪਾਂ ਨੂੰ ਪੁੱਛਿਆ ਗਿਆ ਠੀਕ ਹੈ ਚਲੋ ਉਹ ਕਰੀਏ नेक्स्ट से थ्योरम आ गया अपने को 6 तक हो चुके हैं then 7th थ्योरम थ्योरम नंबर 7 देखो जी थ्योरम नंबर 7 की कहती है if a डिवाइड करता b and a डिवाइड करता है c a b ਨੂੰ ਵੀ ਡਿਵਾਈਡ ਕਰਦਾ ਹੈ a c ਨੂੰ ਵੀ ਡਿਵਾਈਡ ਕਰਦਾ ਹੈ then a डिवाइड करेगा b प्लस c ਨੂੰ ਜਾਂ ਫਿਰ and a डिवाइड करेगा b माइनस c आ दोनों रिजल्ट बहुत इंपोर्टेंट अगर a डिवाइड करता b ਨੂੰ a डिवाइड करता c ਨੂੰ ਤਾਂ a ਉਹਨਾਂ ਦੋਨਾਂ ਦੀ ਐਡੀਸ਼ਨ ਨੂੰ ਵੀ ਸਬਟ੍ਰੈਕਟ ਡਿਵਾਈਡ ਕਰੇਗਾ ਤੇ ਉਹਨਾਂ ਦੀ ਸਬਟ੍ਰੈਕਸ਼ਨ ਨੂੰ ਵੀ ਡਿਵਾਈਡ ਕਰੇਗਾ ਐਗਜ਼ਾਮਪਲ ਲੈ ਲੈਂਦੇ ਆ a ਲੈ ਲਓ ਤੁਸੀਂ 2 ਇਹ ਸਾਰੇ ਜਿਹੜੇ ਕੁਐਸਚਨ ਨੇ ਨੰਬਰ 3 ਤੇ ਇਹ ਵਿਦ ਐਗਜ਼ਾਮਪਲ ਹੀ ਹੋਣਗੇ ਇਹ ਜੀ ਐਵੇਂ ਆਪਾਂ ਰੱਟਾ ਨਹੀਂ ਮਾਰਨਾ ਦੇਖੋ a ਆਪਾਂ ਅਗਰ 2 ਲੈ ਲਿਆ b ਆਪਾਂ ਲੈ ਲਿਆ ਬਸ ਕੋਈ ਵੀ ਲੈ ਲਓ ਤੁਸੀਂ ਡਿਵਾਈਡ ਕਰਨਾ ਚਾਹੀਦਾ ਤੇ c ਲੈ ਲਓ ਤੁਸੀਂ 8 ਠੀਕ ਹੈ ਜੀ ਤਾਂ ਹੁਣ a ਡਿਵਾਈਡ ਯਾਨੀ ਕਿ a ਡਿਵਾਈਡ b ਦਾ ਮਤਲਬ 2 ਡਿਵਾਈਡ 4 ਬਿਲਕੁਲ ਰਾਈਟ ਹੈ ਜੀ 2 ਡਿਵਾਈਡ ਕਰਦਾ 4 ਨੂੰ ਐਂਡ a ਡਿਵਾਈਡ c ਯਾਨੀ ਕਿ 2 ਡਿਵਾਈਡ ਕਰਦਾ 8 ਨੂੰ ਬਿਲਕੁਲ ਰਾਈਟ ਦੈਨ ਤਾਂ ਆਪਾਂ ਰਿਜ਼ਲਟ ਕੀ ਬਣਾਇਆ ਸੀਗਾ a ਯਾਨੀ ਕਿ 2 b plus c ਯਾਨੀ ਕਿ 4 plus 8 12 ਤਾਂ 12 ਨੂੰ ਡਿਵਾਈਡ ਕਰ ਰਿਹਾ ਆਲਵੇਜ਼ ਬਿਲਕੁਲ ਰਾਈਟ ਫਿਰ ਐਂਡ a ਯਾਨੀ ਕਿ 2 b minus c 4 minus 8 minus 4 ਤਾਂ minus 4 ਨੂੰ ਵੀ ਡਿਵਾਈਡ ਕਰ ਰਿਹਾ ਤਾਂ ਇਹ ਆ ਗਿਆ ਜੀ ਆਪਣੇ ਕੋਲ ਰਿਜ਼ਲਟ ਅੱਗੇ ਅਗਰ
A डिवाइड करेगा B ਨੂੰ A डिवाइड करेगा C ਨੂੰ then A डिवाइड करेगा B plus C ਨੂੰ and A डिवाइड करेगा B minus C। ਇਹ ਇੰਪੋਰਟੈਂਟ ਆਪਣੇ ਕੋਲ MCQ ਹੈਗੇ ਜੀ, ਪੁੱਛਿਆ ਗਿਆ ਹੈ ਕਿਸੇ ਵੀ एग्जाम ਦੇ ਵਿੱਚ, ਸ਼ਾਇਦ ਮਾਸਟਰ ਅਕੈਡਮੀ 'ਚ ਹੀ ਇਹਦਾ ਕੁਐਸਚਨ ਆਇਆ ਸੀਗਾ। ਤਾਂ ਇਹ ਆਪਣੇ ਕੋਲ ਡਨ ਹੋ ਚੁੱਕਿਆ ਜੀ। ਤੁਸੀਂ ਐਗਜ਼ਾਮਪਲ ਲੈ ਕੇ ਕਰ ਲਿਆ ਕਰੋ। ਐਗਜ਼ਾਮ ਦੇ ਵਿੱਚ ਕੋਈ ਵੀ ਕੁਐਸਚਨ ਆਵੇ ਇੱਦਾਂ ਦਾ ਕਿ ਉਹਨੂੰ ਡਿਵਾਈਡ ਕਰਦਾ ਉਹਨੂੰ ਡਿਵਾਈਡ ਕਰਦਾ, ਤੁਸੀਂ ਉਵੇਂ ਉਵੇਂ ਲੈਟ ਕਰੀ ਚੱਲੋ ਤੇ ਉਵੇਂ ਉਵੇਂ ਆਪਣਾ ਰਿਜ਼ਲਟ ਆ ਜਾਂਦਾ ਕਰੇਗਾ। ਡਨ ਹੋ ਗਿਆ ਜੀ। ਥਿਓਰਮ ਨੰਬਰ 7 ਕਲੀਅਰ। ਅਗਰ ਇੱਥੋਂ ਤੱਕ ਕਲੀਅਰ ਹੈ ਤਾਂ ਪਲੀਜ਼ ਦੱਸ ਦਿਓ, ਫਿਰ ਆਪਾਂ ਅੱਗੇ ਮੂਵ ਕਰਾਂਗੇ ਜੀ। ਕਲਾਸ ਵਧੀਆ ਲੱਗ ਰਹੀ ਹੈ ਸਭ ਨੂੰ, ਸਮਝ ਆ ਰਹੀ ਹੈ ਪ੍ਰੋਪਰ ਨੰਬਰ ਥਿਓਰੀ। ਆਪਾਂ ਵਿਦ ਐਗਜ਼ਾਮਪਲ ਕਰਦੇ ਹਾਂ ਜੀ। ਐਵਰੀ ਕੁਐਸਚਨ, ਕਿਸੇ ਵੀ ਕੁਐਸਚਨ ਤੇ ਰੱਟਾ ਨਹੀਂ ਲਗਾ ਰਹੇ, ਕਿਸੇ ਵੀ ਥਿਓਰਮ ਨੂੰ ਆਪਾਂ ਰੱਟ ਨਹੀਂ ਰਹੇ ਕਿ ਹਾਂ ਇਹ ਹੋਏਗਾ। ਤੁਹਾਨੂੰ ਮੈਂ ਕਹਿ ਰਿਹਾ ਵੀ A ਡਿਵਾਈਡ B ਹੈ, A ਡਿਵਾਈਡ C ਹੈ ਤਾਂ A ਡਿਵਾਈਡ B ਦਾ C, ਉਹ ਕੰਮ ਨਹੀਂ ਆਪਾਂ ਕਰਨਾ, ਆਪਾਂ ਐਗਜ਼ਾਮਪਲ ਲੈ ਕੇ ਕਰਨਾ। ਠੀਕ, ਐਗਜ਼ਾਮ ਦੇ ਵਿੱਚ ਆਪਾਂ ਨੂੰ ਥਿਓਰਮ ਚਾਹੇ ਯਾਦ ਨਾ ਹੋਵੇ, ਬਟ ਆਪਾਂ ਐਗਜ਼ਾਮਪਲ ਇੰਨੇ ਪ੍ਰੈਕਟਿਸ ਸਿੱਖ ਲਾਂਗੇ ਕਿ ਆਪਾਂ ਤੁਰੰਤ ਆਨਸਰ ਫਾਈਂਡ ਕਰ ਸਕਦੇ ਹਾਂ ਕਿ ਉਹਨੂੰ ਕਰੇਗਾ ਜਾਂ ਨਹੀਂ ਕਰੇਗਾ। ਠੀਕ ਹੈ ਜੀ, ਆ ਗਈ ਸਮਝ। ਚਲੋ ਥਿਓਰਮ ਨੰਬਰ 8 ਥਿਓਰਮ ਕੀ ਕਹਿੰਦੀ ਹੈ ਜੀ? if A divide B and A divide C, A divide करता B ਨੂੰ ਵੀ, A divide करता C ਨੂੰ ਵੀ, then A divide करेगा BX plus CY, BX plus CY ਨੂੰ ਵੀ ਕਰੇਗਾ ਤੇ XY ਕੀ ਨੇ ਇੱਥੇ ਐਨੀ ਇੰਟੀਜਰ, ਕੋਈ ਵੀ ਅਗਰ ਆਪਾਂ ਇੰਟੀਜਰ ਲੈ ਲਾਂਗੇ। ਠੀਕ ਹੈ ਜੀ, ਕੋਈ ਵੀ ਅਗਰ ਆਪਾਂ ਇੰਟੀਜਰ ਲੈ ਲਾਂਗੇ। ਚਲੋ ਜੀ ਲੈਣੇ ਐਗਜ਼ਾਮਪਲ ਫਿਰ ਉਹੀ। A ਨੂੰ ਮੰਨ ਲਓ 2, B ਨੂੰ ਮੰਨ ਲਓ 4, C ਨੂੰ ਮੰਨ ਲਓ 8। ठीक है जी, तो A डिवाइड B यानी कि 2 डिवाइड 4 राइट है जी, कर रहे हैं। 2 डिवाइड 8 बिल्कुल राइट जी, कर रहे हैं। तो हम आप रिजल्ट बनाना है तो A यानी कि 2, B यानी कि अपना 4, X कोई भी इंटीजर ले लो, XY, X अगर आप 1 ले लेने हैं, Y अगर आप 2 ले लेने, थोड़ी मर्जी कुछ भी ले लो। तो 4 into 1 कर दो प्लस C into 2 कर दो, C यानी कि 8। कितना आ गया जी ऑलवेज, अगर अपन करांगे 2 4 प्लस 16 20 कर गया जी डिवाइड। देखो 2 डिवाइड कर दिया 20 ਨੂੰ, ਤਾਂ ਇਹ ऑलवेज अपने को रिजल्ट आ गया 3। इतना आप एग्जांपल लेके फाइंड कर सकते। अगर A डिवाइड करेगा B ਨੂੰ, A डिवाइड करेगा C ਨੂੰ, ਤਾਂ A डिवाइड करेगा ऑलवेज BX plus CY। क्लियर। क्वेश्चन नंबर थ्योरम नंबर 8। चलो जी मूव करते हैं थ्योरम नंबर 9 पर। 9th थ्योरम देखते हैं जी की कहती है 9th थ्योरम। इफ A डिवाइड B, if A डिवाइड B, A B ਨੂੰ डिवाइड कर रहा है and B not equal to 0, B 0 नहीं हैगा। A डिवाइड कर रहा है B ਨੂੰ ਤੇ B 0 नहीं हैगा, then ਇੱਕੋ ਹੀ ਪੋਸੀਬਿਲਿਟੀ ਬਚਦੀ ਹੈ ਜੀ। ਕਦੇ ਤੁਸੀਂ ਇਹ ਸੁਣਿਆ, ਮੇਰੀ ਗੱਲ ਸੁਣੋ ਧਿਆਨ ਨਾਲ ਸੁਣਿਓ, ਆਪਾਂ ਕਦੇ ਇਹ ਗੱਲ ਕਹੀ ਹੈ ਵੀ 2 ਨੂੰ ਡਿਵਾਈਡ ਕਰੇਗਾ 4, 2 ਨੂੰ ਡਿਵਾਈਡ ਕਰੇਗਾ 4? ਨਹੀਂ ਕਰੇਗਾ ਨਾ, ਕਿਉਂਕਿ ਡਿਵਾਈਡ ਵਾਲੀ ਟਰਮ, ਡਿਵਾਈਡ ਜਿਹੜੀ ਟਰਮ ਨਾਲ ਆਪਾਂ ਡਿਵਾਈਡ ਕਰ ਰਹੇ ਹਾਂ ਉਸ ਤੋਂ ਉੱਪਰ ਵਾਲੀ ਟਰਮ ਕੀ ਹੋਣੀ ਚਾਹੀਦੀ ਹੈ? ਗ੍ਰੇਟਰ ਹੋਣੀ ਚਾਹੀਦੀ ਹੈ, ਤਾਂ ਹੀ ਉਹ ਡਿਵਾਈਡ ਕਰੇਗਾ। 2 ਨੂੰ 4 ਤਾਂ ਹੀ ਡਿਵਾਈਡ ਕਰ ਸਕਦਾ ਕਦੇ ਵੀ, ਨੋਟ ਪੋਸੀਬਲ। ਜੇ ਆਪਾਂ ਕਹੀਏ 4 ਨੂੰ 8, 4 ਨੂੰ 8 ਤਾਂ ਨਹੀਂ ਡਿਵਾਈਡ ਕਰ ਸਕਦਾ ਕਦੇ ਵੀ, ਨੋਟ ਪੋਸੀਬਲ। ਹਾਂ ਅਗਰ ਇਹ 0 ਹੋ ਗਿਆ, ਉੱਪਰ ਵਾਲੀ ਟਰਮ 0 ਹੋ ਗਈ ਜਾਂ ਤਾਂ ਉਹ ਤਾਂ ਕਰ ਸਕਦਾ ਹੈ। ਛੋਟੀ ਤਾਂ ਉੱਤੇ ਇੱਕ ਹੀ ਵੈਲਿਊ ਪੋਸੀਬਲ ਹੈ 0, ਬਸ ਨੀਚੇ ਵਾਲੇ ਤੋਂ ਉੱਪਰ ਵਾਲੀ ਵੈਲਿਊ ਇੱਕੋ ਹੀ ਪੋਸੀਬਲ ਹੈ, ਛੋਟੀ ਉਹ ਹੈਗੀ 0। ਬਟ ਉਹਨਾਂ ਨੇ ਕਹਿਤਾ ਉਹ 0 ਹੈ ਨਹੀਂ, ਹਨਾ, ਉਹ 0 ਨਹੀਂ ਹੈਗੀ, ਤਾਂ ਉੱਪਰ ਇਹਦਾ ਮਤਲਬ ਕਦੇ ਵੀ ਛੋਟਾ ਨਹੀਂ ਆ ਸਕਦਾ। ਯਾਨੀ ਕਿ ਇੱਥੇ ਇਹਦਾ ਮਤਲਬ ਆਪਣੇ ਕੋਲੇ ਕੀ ਹੁੰਦਾ ਹੈ, B ਡਿਵਾਈਡ ਬਾਏ A, ਤਾਂ ਇਹਦਾ ਮਤਲਬ B 0 ਤਾਂ ਹੈ ਨਹੀਂ, ਤਾਂ B ਕਦੇ ਵੀ A ਤੋਂ ਛੋਟਾ ਨਹੀਂ ਆ ਸਕਦਾ। ਤਾਂ ਇਹਦਾ ਮਤਲਬ ਕੀ ਹੋ ਗਿਆ, ਜਿਹੜਾ ਇਹਦਾ ਇੰਪਲਾਈਜ਼ ਹੋ ਗਿਆ, ਰਿਜ਼ਲਟ ਹੋ ਗਿਆ, ਉਹ ਕੀ ਹੋ ਗਿਆ, ਮੋਡ ਆਫ A always less than mode of B। ਜਾਂ ਤਾਂ A ਉਹਦੇ B ਦੇ ਬਰਾਬਰ ਹੋਏਗਾ ਜਾਂ ਫਿਰ A B ਤੋਂ ਛੋਟਾ ਹੋਏਗਾ। ਯਾਨੀ ਕਿ ਆਪਾਂ ਅਗਰ ਇੱਥੇ ਗੱਲ ਕਹੀਏ, ਅਗਰ ਆਪਣਾ 2 ਤੇ 4 ਹੈ, ਜਿਵੇਂ ਹੁਣ 2 ਤੇ 4 ਹੈ, ਤਾਂ ਇੱਥੇ ਜਾਂ ਤਾਂ 0 ਹੁੰਦਾ, ਫਿਰ 4 0 ਨੂੰ ਡਿਵਾਈਡ ਕਰਦਾ ਸੀ, ਜਾਂ ਫਿਰ ਕੀ ਕਹੀਏ ਆਪਾਂ 4 4 ਦੇ ਇਕੁਅਲ ਹੋਵੇ, ਜਾਂ ਫਿਰ ਉੱਪਰ ਵਾਲਾ 4 ਹੈਗਾ ਜਿਹੜਾ ਉਹ ਵੱਡਾ ਹੋਵੇ।
ਜਿਵੇਂ ਕਿ ਆਹ ਨੰਬਰ ਜਾਂ ਤਾਂ ਵੱਡਾ ਹੋਵੇ 5 ਹੋਵੇ 6 ਹੋਵੇ 7 ਹੋਵੇ ਫਿਰ ਡਿਵਾਈਡ ਕਰ ਸਕਦੇ ਹਾਂ, ਨਹੀਂ ਤਾਂ ਇਹ ਪੋਸੀਬਲ ਨਹੀਂ ਹੈਗਾ। ਤਾਂ ਇਹਦਾ ਰਿਜ਼ਲਟ ਆਪਣੇ ਕੋਲ ਕੀ ਬਣਿਆ, ਆਹ ਵਾਲਾ a ਲੈਸ ਦੈਨ ਇਕੁਅਲ ਟੂ b। ਠੀਕ ਹੈ ਜੀ, a ਡਿਵਾਈਡ ਕਰਦਾ b ਨੂੰ, b ਨੋਟ ਇਕੁਅਲ ਟੂ 0 ਹੈ, ਦੈਨ a ਦਾ ਮੋਡ ਲੈਸ ਦੈਨ ਇਕੁਅਲ ਟੂ b ਦਾ ਮੋਡ। क्लियर हो गया जी एक क्वेश्चन थ्योरम नंबर 9 डन। सब लोग क्लियर जी, दस दो एक बार प्लीज, फिर आप आगे मूव करते हैं अगर क्लियर है तो ये थ्योरम। चलो जी थ्योरम नंबर 10 थ्योरम की कहती है जी, इफ a डिवाइड b, a b ਨੂੰ डिवाइड करदा एंड b ਜਿਹੜਾ ਹੈਗਾ ਉਹ a ਤੋਂ ਛੋਟਾ ਹੈ। ਹੁਣ a ਵੱਡਾ ਹੈ, ਨੀਚੇ ਵਾਲਾ ਵੱਡਾ ਕਹਤਾ ਉਹਨਾਂ ਨੇ, ਠੀਕ ਹੈ ਜੀ। b ਜਿਹੜਾ ਹੈਗਾ ਉਹ a ਤੋਂ ਛੋਟਾ ਹੈ, ਵੇਅਰ a not equal to 0, a 0 ਦੇ ਕੋਲ ਵੀ ਨਹੀਂ ਹੈਗਾ। ਤਾਂ ਇੱਥੇ ਇੱਕੋ ਹੀ ਇੱਕ ਕੰਡੀਸ਼ਨ ਆਪਣੇ ਕੋਲ ਪੋਸੀਬਲ ਹੈਗੀ ਹੈ ਜੀ ਡਿਵਾਈਡ ਦੀ। ਇੱਕ ਕੰਡੀਸ਼ਨ ਪੋਸੀਬਲ ਹੈ, ਆਹ ਵਾਲਾ ਕੁਐਸਚਨ ਆਪਣੇ ਐਗਜ਼ਾਮ 'ਚ ਆਇਆ ਸੀ, ਤਾਂ ਇਹ ਇੱਕੋ ਹੀ ਆਪਣੇ ਕੋਲ ਕੰਡੀਸ਼ਨ ਹੈਗੀ ਹੈ ਜੀ, b ਨੂੰ ਇੱਥੇ 0 ਹੀ ਹੋਣਾ ਪਏਗਾ ਡਿਵਾਈਡ, ਕਿਉਂਕਿ ਕਦੇ a ਛੋਟਾ ਹੈ। ਦੇਖੋ ਤੁਸੀਂ ਇਹਦਾ ਕੀ ਮਤਲਬ ਬਣ ਗਿਆ, b ਬਟਾ b ਡਿਵਾਈਡ ਬਾਈ a। ਹੁਣ a ਵੱਡਾ, ਨੀਚੇ ਵਾਲਾ ਵੱਡਾ, ਉੱਪਰ ਵਾਲਾ ਛੋਟਾ, ਤਾਂ ਕਦੇ ਵੀ ਡਿਵਾਈਡ ਨਹੀਂ ਕਰ ਸਕਦਾ। ਇਹ ਉਦੋਂ ਹੀ ਡਿਵਾਈਡ ਕਰ ਸਕਦਾ ਅਗਰ ਇੱਥੇ b 0 ਹੋ ਜੇ, b 0 ਹੋ ਜੇ, ਕਿਉਂਕਿ a 0 ਹੈ ਨਹੀਂ, a 0 ਹੈ ਨਹੀਂ ਤਾਂ b ਨੂੰ ਕੀ ਹੋਣਾ ਪਏਗਾ, ਇੱਥੇ 0 ਹੋਣਾ ਪਏਗਾ। ਇਹ ਆਪਣੇ ਮਾਸਟਰ ਕੈਡਰ ਜੂਨ 2021 बैकलॉग च आया ਸੀ ਇਹ ਕੁਐਸਚਨ। ਇਹ ਸਿੱਧਮ ਸਿੱਧੀ ਥਿਓਰਮ, a ਡਿਵਾਈਡ ਕਰਦਾ b ਨੂੰ, b ਲੈਸ ਦੈਨ a, ਕਿ a ਹੈਗਾ ਜਿਹੜਾ ਉਹ ਵੱਡਾ ਹੈਗਾ, b ਛੋਟਾ ਹੈਗਾ। ਜਿਵੇਂ ਕਿ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ 2 4 ਨੂੰ ਡਿਵਾਈਡ ਕਰੇਗਾ, 2 4 4 ਨੂੰ ਡਿਵਾਈਡ ਕਰੇਗਾ 4 2, ਤਾਂ ਇਹ ਕਦੇ ਵੀ ਨਹੀਂ ਕਰ ਸਕਦਾ ਜੀ। ਕਦੋਂ ਕਰ ਸਕਦਾ, ਅਗਰ ਉੱਪਰ ਕੀ ਹੋਵੇ 0, ਅਗਰ ਉੱਪਰ 0 ਹੋਏਗਾ ਤਾਂ ਡਿਵਾਈਡ ਕਰਕੇ 0 ਆंसर ਆ ਜਾਏਗਾ, ਨਹੀਂ ਤਾਂ 2 ਨੂੰ 4 ਡਿਵਾਈਡ ਨਹੀਂ ਕਰ ਸਕਦਾ। ਤਾਂ ਉਦਾਂ ਹੀ ਇੱਥੇ ਬਣੇਗਾ ਆਪਣੇ ਕੋਲ b ਨੂੰ ਆਲਵੇਜ਼ ਕੀ ਹੋਣਾ ਪਏ 0, ਤਾਂ ਆंसर ਕੀ ਆ ਗਿਆ b ਇਕੁਅਲ ਟੂ 0। ਆਪਸ਼ਨ ਉੱਥੇ ਗਿਵਨ ਸੀਗੇ ਆਪਾਂ ਨੂੰ, b ਇਕੁਅਲ ਟੂ 0, a ਇਕੁਅਲ ਟੂ b, a ਲੈਸ ਦੈਨ b, ਇਦਾਂ ਦੇ ਬਥੇਰੇ ਕੋਈ ਆਪਸ਼ਨ ਸੀਗੇ ਆਪਾਂ ਨੂੰ ਗਿਵਨ, ਬਟ ਇੱਥੇ ਕੀ ਆਏਗਾ ਆਪਣੇ ਕੋਲ, b ਨੂੰ ਓਨਲੀ ਐਂਡ ਓਨਲੀ 0 ਹੀ ਹੋਣਾ ਪਏਗਾ ਅਗਰ b ਕੀ ਹੈ a ਨਾਲੋਂ ਛੋਟਾ है। क्लियर, थ्योरम नंबर 10। चलो जी थ्योरम नंबर 11, थ्योरम नंबर 11 की कहती है जी, द प्रोडक्ट of all consecutive numbers is divisible by r factorial। इंपोर्टेंट रिजल्ट है जी, आर कंसिक्यूटिव नंबर होंगे अगर अपने को तो डिविजिबल कि होंगे बाय आर फैक्टोरियल। देखो जी किमें करांगे, अगर अपने को 1 2 3 ये 3 कंसिक्यूटिव नंबर ने, तो इन्हों की जी प्रोडक्ट है वो कि डिवाइड होएगी 1 2 3 डिवाइड बाय 3 फैक्टोरियल ऑलवेज। अगर अपने को 1 2 3 4 5 कंसिक्यूटिव नंबर ने, तो ये ऑलवेज डिवाइड होंगे 5 फैक्टोरियल। अगर आप जिन्ने आर कंसिक्यूटिव नंबर होंगे वो डिवाइड होंगे आर फैक्टोरियल नाल, ठीक है जी। अगर अपने को 5 कंसिक्यूटिव नंबर ने तो 5 फैक्टोरियल नाल, अगर अपने को 7 कंसिक्यूटिव नंबर ने तो डिवाइड होंगे 7 फैक्टोरियल नाल, 9 कंसिक्यूटिव नंबर ने तो डिवाइड होंगे 9 फैक्टोरियल नाल, अगर 10 ने तो 10 फैक्टोरियल नाल, अगर 11 ने तो 11 फैक्टोरियल नाल, अगर 100 ने तो 100 फैक्टोरियल नाल। तो जिन्ने भी आर कंसिक्यूटिव नंबर होंगे वो डिविजिबल बाय होंगे आर फैक्टोरियल नाल, यानी कि अपने को की बन जाएगा 1 2 3 अप टू आर, ये डिवाइड होंगे जी अपने को आर फैक्टोरियल। क्लियर, ये ऑलवेज किदे नाल डिवाइड होंगे आर फैक्टोरियल। चलो जी मूव करते हैं, हम अपने को कुछ इंपोर्टेंट रिजल्ट ने है जी। हाँ देखो पहला रिजल्ट की हैगा, अगर ए डिवाइड करता बी नूं
ए डिवाइड करता है बी नू दैन माइनस ए भी डिवाइड करेगा तो आप कर चुके हैं ऑलरेडी। अगर ए डिवाइड करेगा बी नू तो माइनस ए भी डिवाइड करेगा बी नू। फिर दूसरे नंबर पे अगर ए डिवाइड करता 1 ਨੂੰ then ए 1 ਨੂੰ ਉਹਦੀ डिवाइड कर सकता है जी ਜਦੋਂ a इक्वल टू ऑलवेज की होवे प्लस माइनस 1 हो यानी कि अगर एक बटा कोई अपने को कुछ भी एक डिवाइड बाय कोई भी नंबर है ए ठीक है तो ए कदों डिवाइड करेगा ओनली करेगा अगर ए की वैल्यू या तो 1 होगा माइनस 1 ए इक्वल टू प्लस माइनस 1 होएगा। एक आप थ्योरम की सी पिछे अगर ए डिवाइड करता बी नू एंड बी डिवाइड करता ए नू इफ ए बी आर नैचुरल नंबर ਹੁਣ ਇਹਦਾ ਰਿਜ਼ਲਟ ਦੱਸੋ ਜੀ ए ਤੇ बी ਨੈਚੁਰਲ ਨੰਬਰ ਨੇ ए ਤੇ बी ਨੈਚੁਰਲ ਨੰਬਰ ਨੇ ਤਾਂ ਫਿਰ ਇਹਦਾ ਰਿਜ਼ਲਟ ਕੀ ਹੋਏਗਾ ए ਤੇ बी ਕੀ ਨੇ ਨੈਚੁਰਲ ਨੰਬਰ तो देखो जी नैचुरल नंबर ने तो माइनस वाले आने नहीं तो हम इतने आएगा ए इक्वल टू बी। अगर आप ऑल नंबर की गल करांगे ऑल नंबर तो फिर अपने को आएगा ए इक्वल टू प्लस माइनस बी जो आप पिछले थ्योरम कर आप भी देखना होंगे दिता हो की होया नैचुरल नंबर अगर इतने रियल नंबर विद एंटीजर की गल करी होंगी फिर अपने को आना सी आ वाला। अगर ओनली नैचुरल नंबर बोलिया फिर ओनली ए इक्वल टू बी क्योंकि नैचुरल नंबर के नैगेटिव वाले नंबर नहीं होंगे तो ओनली ए इक्वल टू बी फिर अपना रिजल्ट आ जाना। ठीक है जी ये 3-4 रिजल्ट सीगे अपने को। चलिए करिए जी अगे मूव। ओके नैक्सट थ्योरम आ गई जी अपने को कहता अगर कोई भी आप 3 एनी 3 consecutive number is divisible by 3 factorial मतलब तुसी कोई 3 नंबर कितों भी चक लो मान लो आप चक लिया 7 8 9 3 नंबर हो गए ये ऑलवेज डिवाइड होंगे 3 फैक्टोरियल ठीक है जी कोई भी चक लो तुसी 11 12 13 3 कॉन्सिक्यूटिव नंबर चक लो ये डिवाइड होंगे ऑलवेज 3 फैक्टोरियल तुसी चक लो जी 98 99 100 ये ऑलवेज डिवाइड होंगे 3 फैक्टोरियल 3 फैक्टोरियल कितना होगा 3 into 2 आ हो गया 33 देखो आ हो गया 49 हो गया डिवाइड कोई भी 3 अगर कंसिक्यूटिव नंबर लेने आप डिविजिबल बाय होंगे ऑलवेज 3 फैक्टोरियल कुछ भी ले लो जी तुसी 1 2 3 ले लो ये भी 3 फैक्टोरियल होंगे 3 कंसिक्यूटिव नंबर लेने ने आप हाँ सम 47 48 49 ले लो ये भी 3 फैक्टोरियल नाल डिवाइड होंगे तो मतलब 3 कंसिक्यूटिव नंबर इज डिविजिबल बाय 3 फैक्टोरियल क्लियर। नेक्स्ट थ्योरम if m and n are positive if m and n are positive integers m and n की ने positive integer ने then m plus n का जो फैक्टोरियल होएगा m plus n फैक्टोरियल is divisible by m फैक्टोरियल n फैक्टोरियल 10 फैक्टोरियल डिवाइड होएगा एग्जांपल ले लेने जी देखो m आप 2 ले लिया इंटीजर ही है n आप 3 ले लिया ये भी इंटीजर है तो कर दो जी 2 plus 3 फैक्टोरियल डिवाइड बाय में m फैक्टोरियल n फैक्टोरियल तो ऊपर कितना हो गया 5 फैक्टोरियल नीचे 2 फैक्टोरियल 3 फैक्टोरियल तो 5 में ऊपर लिख सकते हैं 5 into 4 into 3 फैक्टोरियल को कटा जाएगा नीचे 2 फैक्टोरियल और 2 तो आ गया 10 कर सकते हैं अगर m एंड n कोई अपने को पॉजिटिव इंटीजर ने तो m plus n फैक्टोरियल इज डिविजिबल बाय m फैक्टोरियल n फैक्टोरियल तो क्या रिजल्ट बनेगा था रिजल्ट अपने को बनेगा m plus n फैक्टोरियल डिविजिबल बाय m फैक्टोरियल n फैक्टोरियल क्लियर। अगर m इक्वल टू n हो गया अगर मान लो दोनों नंबर सेम हो गए m इक्वल टू n हो गया मान लो m भी 2 n भी 2 तो फिर की हो जाएगा है ए इधर स्केयर बन जाएगा
m फैक्टोरियल का स्केयर यानी कि ये हो जाएगा ना 2m फैक्टोरियल 2m फैक्टोरियल बटे में n फैक्टोरियल का स्केयर। तो फिर आप क्लियर करो। ओके नेक्स्ट आंदा जी अपने को डिवीजन एल्गोरिथम। डिवीजन एल्गोरिथम आ गया जी। ਇਹਦੇ ਵਿੱਚੋਂ ਵੀ ਆਪਾਂ ਨੂੰ ਇੱਕ ਕੁਐਸਚਨ ਪੁੱਛਿਆ ਜਾਂਦਾ ਕੀ ਕਹਿੰਦਾ ਦੇਖਦੇ ਹਾਂ ਆਪਾਂ ਡਿਵੀਜ਼ਨ ਐਲਗੋਰਿਥਮ for any two integer a and b ਆਪਣੇ ਕੋਲ ਦੋ ਇੰਟੀਜਰ ਨੇ where b greater than 0 ਠੀਕ ਹੈ ਜੀ there exist unique number Q and R ਕੀ ਹੋਣਗੇ ਜੀ ਆਪਣੇ ਕੋਲੇ ਯੂਨੀਕ ਨੰਬਰ ਹੋਣਗੇ ਜਿੱਥੇ Q ਕੀ ਹੋਏਗਾ Q ਆਪਣਾ ਹੋਏਗਾ ਕੁਐਸਚਨ QUIENT ਕੁਐਸਚਨ और R ਕੀ ਹੋਏਗਾ ਜੀ ਆਪਣਾ ਰਿਮਾਈਂਡਰ R ਆਪਣਾ ਰਿਮਾਈਂਡਰ ਠੀਕ ਹੈ ਜੀ ਤਾਂ ਸੱਚ ਦੈਟ ਕੀ ਆਪਣੇ ਕੋਲੇ ਬਣੇਗੀ ਕੰਡੀਸ਼ਨ ਉਹ ਬਣੇਗੀ A = B Q + R ਰਿਜ਼ਲਟ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ A = B Q + R where ਜਿਹੜਾ ਰਿਮਾਈਂਡਰ ਹੋਏਗਾ ਉਹ ਆਲਵੇਜ਼ ਲਾਈ ਕਰੇਗਾ 0 to B ਦੇ ਵਿੱਚ ਰਿਮਾਈਂਡਰ ਆਲਵੇਜ਼ ਲਾਈ ਬਿਟਵੀਨ 0 ਐਂਡ B ਹੁਣ ਆਪਾਂ ਦੇਖਦੇ ਮੰਨ ਲਓ A ਕੀ ਹੈ A ਤਾਂ ਆਪਣਾ ਹੁੰਦਾ ਡਿਵੀਡੈਂਡ ਦੇਖੋ A ਇਹਨੂੰ ਆਪਾਂ ਡਿਵਾਈਡ ਕਰਨਾ B ਨਾਲ ਤਾਂ ਇੱਥੇ ਆਪਣੇ ਕੋਲੇ ਕੁਐਸਚਨ ਆਏਗਾ ਇੱਥੇ ਕੁਝ ਵੀ ਆ ਗਿਆ ਮੰਨ ਲਓ ਇੱਥੇ ਆ ਗਿਆ ਰਿਮਾਈਂਡਰ ਤਾਂ ਆਪਾਂ ਇਸ A ਨੂੰ ਕਿਹਦੇ ਕੋਲ ਰੱਖ ਸਕਦੇ ਹਾਂ B into ਕੁਐਸਚਨ प्लस R एग्जाम्पल लै लगे देखो आप अगर डिवाइड करना 49 ਨੂੰ 8 ਨਾਲ ਤਾਂ ਕਿੰਨੇ ਤੇ ਗਿਆ ਜੀ 6 ਤੇ ਕਿੰਨਾ ਹੋ ਗਿਆ 48 ਰਿਮਾਈਂਡਰ ਕਿੰਨਾ 1 ਤਾਂ ਆਪਾਂ 49 ਨੂੰ ਕੀ ਲਿਖ ਸਕਦੇ ਹਾਂ 49 ਨੂੰ ਲਿਖ ਸਕਦੇ ਹਾਂ 8 यानी कि B 49 ਕੀ ਹੋ ਗਿਆ A ਹੋ ਗਿਆ 8B ਹੋ ਗਿਆ 8 into क्वेश्चन 6 ठीक है जी प्लस रिमाइंडर प्लस R आ बन गया नहीं इक्वल ऐसा आप लिख सकते A = B Q + R ठीक है जी इंपोर्टेंट कंसैप्ट है अपना है A = आप हर एक चीज़ है एग्जाम्पल लैके करा ताकि आपको रट्टा ना मारना पवे तो आप होल एग्जाम्पल भी लै लें कोई देखो अगर आप डिवाइड करना है 52 ਨੂੰ 7 हम किन्ने ते गया जी 7 ਤੇ किन्ना आ गया 49 रिमाइंडर 3 ਤਾਂ ਹੁਣ ਆਪਾਂ 52 ਨੂੰ ਆਪਾਂ ਲਿਖਣਾ ਹੋਵੇ 52 ਆਪਣਾ ਕੀ ਹੋ ਗਿਆ A ਹੋ ਗਿਆ A = 7 7 ਆਪਣਾ ਇੱਥੇ 7 ਇੱਥੇ ਯਾਨੀ ਕਿ B ਹੋ ਗਿਆ ਕੁਐਸਚਨ ਇੱਥੇ ਕੁਐਸਚਨ ਕਿੰਨਾ ਹੋ ਗਿਆ 7 ਹੋ ਗਿਆ ਇੱਥੇ ਕੁਐਸਚਨ Q ਹੋ ਗਿਆ ਪਲੱਸ ਰਿਮਾਈਂਡਰ 3 ਹੋ ਗਿਆ ਇੱਥੇ ਰਿਮਾਈਂਡਰ R ਹੋ ਗਿਆ ਆ ਚੀਜ਼ ਆਪਾਂ ਨੂੰ ਪੁੱਛੀ ਜਾਂਦੀ ਹੈ ਤੇ ਰਿਮਾਈਂਡਰ ਆਲਵੇਜ਼ ਲਾਈ ਕਰੇਗਾ ਦੇਖੋ ਰਿਮਾਈਂਡਰ ਕਦੇ ਵੀ ਇਸ ਨਾਲੋਂ ਵੱਡਾ ਨਹੀਂ ਹੋ ਸਕਦਾ ਜੇ ਰਿਮਾਈਂਡਰ ਲਾਈ ਕਰੇਗਾ ਜਾਂ ਤਾਂ ਰਿਮਾਈਂਡਰ 0 ਹੋਏਗਾ ਜਾਂ ਫਿਰ B ਯਾਨੀ ਕਿ ਆ ਵਾਲਾ ਜਿਹਦੇ ਨਾਲ ਆਪਾਂ ਡਿਵਾਈਡ ਕਰਦੇ ਇਹਨਾਂ ਦੋਨਾਂ ਦੇ ਵਿਚਾਲੇ ਰਿਮਾਈਂਡਰ ਰਹੇਗਾ ਕਦੇ ਇਹ ਤਾਂ ਹੋ ਨਹੀਂ ਸਕਦਾ ਕਿ 7 ਨਾਲ ਆਪਾਂ ਡਿਵਾਈਡ ਕਰ ਰਹੇ ਹਾਂ 8 ਰਿਮਾਈਂਡਰ ਬਚ ਜੇ ਇਦਾਂ ਕਦੇ ਨਹੀਂ ਹੋ ਸਕਦਾ ਕਿ 8 ਰਿਮਾਈਂਡਰ ਬਚ ਜੇ ਤਾਂ ਇਹਦਾ ਰਿਮਾਈਂਡਰ ਹੋਏਗਾ ਆਲਵੇਜ਼ ਲਾਈ ਕਰੇਗਾ ਬਿਟਵੀਨ 0 ਐਂਡ B ਕਲੀਅਰ ਡਿਵੀਜ਼ਨ ਐਲਗੋਰਿਥਮ ਇਹਦੇ ਬੇਸ ਤੇ ਅੱਗੇ ਆਪਾਂ ਨੂੰ ਕੁਐਸਚਨ ਆਉਣਗੇ ਉਦੋਂ ਆਪਾਂ ਇਹਦੀ ਕੁਐਸਚਨ ਨੂੰ ਟਰਾਈ ਕਰਨਾ ਠੀਕ ਹੈ ਜੀ ਡਨ ਹੁਣ ਆਪਣੇ ਕੋਲੇ ਆਂਦਾ ਜੀ ਗ੍ਰੇਟੈਸਟ ਕਾਮਨ ਡਿਵਾਈਸ ਯਾਨੀ ਕਿ GCD ਕੀ ਹੁੰਦਾ ਹੈ GCD ਗ੍ਰੇਟੈਸਟ ਆਪਾਂ ਨੂੰ ਸਭ ਨੂੰ ਪਤਾ ਹੈ ਜੀ GCD ਕੀ ਹੁੰਦਾ ਜਿਵੇਂ ਕਿ ਉਹਨਾਂ ਦਾ ਗ੍ਰੇਟੈਸਟ ਕਾਮਨ ਜਿਹੜਾ ਡਿਵਾਈਸ ਹੁੰਦਾ ਉਹਨਾਂ ਤੋਂ ਵੱਡਾ ਜਿਹੜਾ ਕਾਮਨ ਹੁੰਦਾ ਹੈ ਡਿਵਾਈਸ ਉਹ ਆਪਣੇ ਕੋਲੇ GCD ਤਾਂ ਆਪਾਂ ਕਰਾਂਗੇ ਕਿਵੇਂ A ਪੋਜ਼ਿਟਿਵ ਨੰਬਰ ਕੋਈ ਵੀ ਪੋਜ਼ਿਟਿਵ ਨੰਬਰ D ਠੀਕ ਹੈ ਜੀ ਕੋਈ ਵੀ ਪੋਜ਼ਿਟਿਵ ਨੰਬਰ D is said to be GCD कोई पॉजिटिव नंबर D ਨੂੰ ਆਪਾਂ GCD ਬੋਲਾਂਗੇ of two integers A and B ठीक है D ਨੂੰ ਆਪਾਂ ਕੀ ਬੋਲਾਂਗੇ GCD ਬੋਲਾਂਗੇ A and B and denote ਕਿਹਦੇ ਨਾਲ ਕਰਾਂਗੇ ਨੂੰ denoted ਕਰਾਂਗੇ by open bracket AB open bracket A और गल ध्यान च रखनी है अगर जिथे भी ओपन ब्रैकेट होई ना ये
ਤਾਂ ਉਹਦਾ ਮਤਲਬ ਕੀ ਹੋਏਗਾ, ਉਹ GCD ਹੋਏਗਾ ਓਪਨ। ਠੀਕ ਹੈ ਜੀ, ਕਿਵੇਂ a positive number d is said to be GCD of two integer a and b denoted by ab if ਇੱਕ ਤਾਂ ਜਿਹੜਾ d ਹੋਏਗਾ GCD ਉਹ a ਨੂੰ ਵੀ ਡਿਵਾਈਡ ਕਰਦਾ ਹੋਣਾ ਚਾਹੀਦਾ ਤੇ b ਨੂੰ ਵੀ ਡਿਵਾਈਡ ਕਰਦਾ। ਪਹਿਲੇ ਨੰਬਰ ਤੇ ਕੰਡੀਸ਼ਨ ਕੀ ਆਏਗੀ, ਜਿਹੜਾ ਆਪਣੇ ਕੋਲੇ GCD d ਕੋਈ ਨੰਬਰ ਹੋਏਗਾ ਉਹ a ਨੂੰ ਵੀ ਡਿਵਾਈਡ ਕਰਦਾ ਹੋਣਾ ਚਾਹੀਦਾ ਹੈ ਤੇ b ਨੂੰ ਵੀ ਡਿਵਾਈਡ ਕਰਦਾ ਹੋਣਾ ਚਾਹੀਦਾ। ਸੈਕਿੰਡ C ਕੋਈ ਨੰਬਰ ਹੋਏਗਾ ਉਹ ਵੀ A ਨੂੰ ਡਿਵਾਈਡ ਕਰਦਾ ਹੋਣਾ ਚਾਹੀਦਾ ਹੈ ਤੇ B ਨੂੰ ਡਿਵਾਈਡ ਕਰਦਾ ਹੋਣਾ ਚਾਹੀਦਾ। ਠੀਕ ਹੈ ਜੀ, ਤੇ C ਜਿਹੜਾ ਹੈਗਾ ਉਹ D ਨੂੰ ਵੀ ਡਿਵਾਈਡ ਕਰਦਾ ਹੋਣਾ ਚਾਹੀਦਾ, ਯਾਨੀ ਕਿ C ਲੈਸ ਦੈਨ ਇਕੁਅਲ ਟੂ ਹੋਣਾ ਚਾਹੀਦਾ D। ਤਾਂ ਕਰਕੇ ਹੀ ਆਪਾਂ D ਨੂੰ ਬੋਲਾਂਗੇ ਗ੍ਰੇਟੈਸਟ ਕਾਮਨ ਡਿਵਾਈਜ਼ਰ। ਐਗਜ਼ਾਮਪਲ ਆਪਾਂ ਲੈ ਲੈਂਦੇ ਹਾਂ ਜੀ, ਦੇਖੋ ਐਗਜ਼ਾਮਪਲ ਅਗਰ 8 ਔਰ 24 ਦਾ ਆਪਾਂ GCD ਦੇਖਣਾ, ਠੀਕ ਹੈ ਜੀ 8 ਐਂਡ ਤਾਂ ਇਹਦਾ GCD ਕਿੰਨਾ ਆਏਗਾ, ਹਾਈਐਸਟ ਗ੍ਰੇਟੈਸਟ ਕਾਮਨ ਇਹਨਾਂ ਦੇ ਵਿੱਚ ਕਿਹੜਾ, ਦੋਨਾਂ ਦੇ ਵਿੱਚ 8 ਹੈਗਾ ਤਾਂ GCD ਆ ਗਿਆ 8। ਦੇਖੋ 8 ਕਿਹਨੂੰ ਡਿਵਾਈਡ ਕਰ ਰਿਹਾ, 8 ਨੂੰ ਵੀ ਡਿਵਾਈਡ ਕਰ ਰਿਹਾ। 8 ਕਿਹਨੂੰ ਡਿਵਾਈਡ ਕਰ ਰਿਹਾ, 24 ਨੂੰ ਵੀ ਡਿਵਾਈਡ ਕਰ ਰਿਹਾ। ਅਗਰ ਇਹਦੇ ਵਿੱਚੋਂ ਹੁਣ C ਲੈਣਾ ਹੋਵੇ ਆਪਾਂ C, ਤਾਂ C ਇਹਦੇ ਵਿੱਚੋਂ 4 ਆ ਜਾਏਗਾ, 4 ਆ ਜਾਏਗਾ C। ਅਗਰ ਆਪਾਂ ਦੇਖੀ C 4 ਆ ਗਿਆ ਤਾਂ C ਦੇਖੋ ਜੀ A ਨੂੰ ਵੀ ਡਿਵਾਈਡ ਕਰ ਰਿਹਾ, B ਨੂੰ ਵੀ ਡਿਵਾਈਡ ਕਰੇਗਾ ਤੇ C ਜਿਹੜਾ ਹੈਗਾ ਉਹ D ਨੂੰ ਵੀ ਡਿਵਾਈਡ ਕਰੇਗਾ, ਯਾਨੀ ਕਿ C 4 ਡਿਵਾਈਡ 8। ਠੀਕ ਹੈ ਜੀ, ਵੱਡੇ ਤੋਂ ਵੱਡਾ ਲੈਣਾ ਹੁੰਦਾ ਆਪਾਂ, ਇਹ ਨਹੀਂ ਹੈ ਕਿ 4 ਲੈ ਲਈਏ ਦੋਨਾਂ ਚੋਂ, ਤਾਂ ਗ੍ਰੇਟੈਸਟ ਲੈਣਾ ਹੁੰਦਾ ਆਪਾਂ। ਇਹਨਾਂ ਦੋਨਾਂ ਚ ਗ੍ਰੇਟੈਸਟ ਕੀ ਹੈ 8, ਤਾਂ 8 ਆਪਣੇ ਕੋਲ GCD ਆ। ਅਗਰ ਆਪਾਂ ਦੇਖੀਏ -6 ਐਂਡ 0 ਦੇ ਵਿੱਚ, ਇਹਨਾਂ ਚੋਂ GCD ਦੱਸੋ ਜੀ, -6 ਤੇ 0 ਦਾ GCD ਦੇਖਦੇ ਜੀ ਕੌਣ ਦੱਸੇਗਾ। -6 ਤੇ 0 ਦਾ GCD ਕਿੰਨਾ ਹੋਏਗਾ, ਤਾਂ ਰਾਈਟ ਆਂਸਰ ਹੋਏਗਾ ਜੀ -6। -6 ਦੇ ਵਿੱਚੋਂ ਆਪਣੇ ਕੋਲੇ GCD ਆਏਗਾ, ਕਿਉਂਕਿ ਅਗਰ ਆਪਾਂ 0 ਲੈਂਦੇ ਆ ਤਾਂ 0 GCD ਤਾਂ 6 ਨੂੰ ਡਿਵਾਈਡ ਨਹੀਂ ਕਰੇਗਾ, ਤਾਂ ਇਨਫਾਈਨਾਈਟ ਬਣ ਜਾਏਗਾ। -6 ਹੀ ਆਏਗਾ, -6 ਨੂੰ ਵੀ ਡਿਵਾਈਡ ਕਰੇਗਾ ਤੇ -6 0 ਨੂੰ ਵੀ ਡਿਵਾਈਡ ਕਰੇਗਾ। 0 ਲਵਾਂਗੇ ਤਾਂ ਉਹ ਤਾਂ ਦੋਨਾਂ ਨੂੰ ਡਿਵਾਈਡ ਨਹੀਂ ਕਰਨਾ, ਇੱਕ ਵਾਰੀ ਅਗਰ 0/0 ਕਰਾਂਗੇ ਤਾਂ ਇਨਡਿਟਰਮੀਨੇਟ ਫਾਰਮ, ਇਹਦੇ ਵੀ ਇਨਡਿਟਰਮੀਨੇਟ, ਤਾਂ 0 ਕਦੇ ਵੀ ਡਿਵਾਈਜ਼ਰ ਨਹੀਂ ਆਉਂਦਾ। ਮੈਕਸਿਮਮ ਹਾਈਐਸਟ ਜਿਹੜਾ GCD ਹੁੰਦਾ ਉਹ 1 ਹੁੰਦਾ, 1 ਤੋਂ ਛੋਟਾ GCD ਕਦੇ ਵੀ ਨਹੀਂ ਆ ਸਕਦਾ। 0 ਕਦੇ ਵੀ GCD ਨਹੀਂ ਆਏਗਾ, ਅਗਰ ਜ਼ਿਆਦਾ ਤੋਂ ਜ਼ਿਆਦਾ GCD ਆਏਗਾ ਤਾਂ ਉਹ 1 ਆਏਗਾ। ਠੀਕ ਹੈ ਜੀ, 1 ਤੋਂ ਛੋਟਾ ਕਦੇ ਵੀ GCD ਨਹੀਂ ਆ ਸਕਦਾ। ਦੱਸੋ ਜੀ 5 10 25 ਇਹਨਾਂ ਦਾ GCD ਦੱਸੋ ਜੀ, 5 10 25 ਦਾ, 5 10 25 ਦਾ GCD ਦੱਸੋ ਕਿੰਨਾ ਆਏਗਾ। तो 5 10 25 ਦਾ GCD ਆਏਗਾ ਜੀ 5, ਕਿਉਂਕਿ 5 ਕੋਮਨ ਲੈਣ ਤੋਂ ਬਾਅਦ 1 2 5, ਤਾਂ ਉਦੋਂ ਕੋਈ ਵੀ ਐਸਾ ਨੰਬਰ ਨਹੀਂ ਬਚਣਾ ਚਾਹੀਦਾ ਜਿਹੜਾ ਇਹਨਾਂ ਚੋਂ ਕੋਮਨ ਆਉਂਦਾ ਹੋਵੇ, ਉਹਨੂੰ ਹੀ GCD ਬੋਲਣਾ। ਦੇਖੋ ਅਗਰ ਆਪਾਂ 10 20 30, ਅਗਰ ਆਪਾਂ ਇਹਨਾਂ ਦੀ ਗੱਲ ਕਰੀਏ, ਇਹਦੇ ਚੋਂ ਅਗਰ ਆਪਾਂ 5 GCD ਲੈ ਲੈਂਦੇ ਹਾਂ ਨਾ, 5 GCD ਲੈ ਲਿਆ ਤਾਂ ਮਗਰ ਕੀ ਬਚ ਗਿਆ, 2 4 6 ਇਹ ਬਚੇਗਾ। ਬਟ ਇਹਨਾਂ ਦੇ ਵਿੱਚੋਂ ਤਾਂ ਫਿਰ ਅਗੇਨ 2 ਕਾਮਨ ਆ ਰਿਹਾ, ਤਾਂ ਇਹ ਕਦੇ ਵੀ 5 ਇਹਦਾ ਦਾ GCD ਨਹੀਂ ਹੋਏਗਾ। GCD ਉਹ ਹੋਏਗਾ GCD ਲੈਣ ਤੋਂ ਬਾਅਦ ਕੁਝ ਵੀ ਕਾਮਨ ਨਾ ਆਵੇ, ਤਾਂ ਇਹਦਾ GCD ਕਿੰਨਾ ਆਏਗਾ 10, ਤਾਂ ਕਿੰਨਾ ਆ ਜਾਏਗਾ 1 2 3। ਹੁਣ ਇਹਨਾਂ ਨੰਬਰਾਂ ਦੇ ਵਿੱਚੋਂ ਕੁਝ ਵੀ ਕਾਮਨ ਨਹੀਂ ਆ ਰਿਹਾ, ਉਹਨੂੰ ਹੀ GCD ਬੋਲਾਂਗੇ। ਕਲੀਅਰ। ਨੈਕਸਟ ਹੈਗਾ ਜੀ ਲੀਸਟ ਕਾਮਨ ਮਲਟੀਪਲ LCM, ਬਿਲਕੁਲ ਸਿੰਪਲ ਜਿਹਾ। LCM ਨੂੰ ਆਪਾਂ ਡਿਨੋਟ ਕਰਦੇ ਹਾਂ ਜੀ ਕਲੋਜ਼ਡ ਬ੍ਰੈਕਟ AB ਨਾਲ, GCD ਨੂੰ ਆਪਾਂ ਡਿਨੋਟ ਕਰਦੇ ਹਾਂ ਓਪਨ ਬ੍ਰੈਕਟ ਨਾਲ, ਤੇ LCM ਨੂੰ ਆਪਾਂ ਡਿਨੋਟ ਕਰਦੇ ਹਾਂ ਕਲੋਜ਼ਡ ਬ੍ਰੈਕਟ AB ਨਾਲ। ਠੀਕ ਹੈ ਜੀ, ਤਾਂ ਇਹਦਾ ਜਿਹੜਾ LCM ਕੀ ਹੋਏਗਾ, ਅਗਰ A ਡਿਵਾਈਡ ਕਰਦਾ M ਨੂੰ, B ਵੀ ਡਿਵਾਈਡ ਕਰੇ M ਨੂੰ, ਠੀਕ ਹੈ, ਤੇ M ਕੀ ਹੋਏਗਾ ਇੱਥੇ, M is common multiple ਹੋਏਗਾ, common multiple of AB, multiple of A and B। GCD ਦਾ ਉਲਟਾ ਹੈ ਜੀ, GCD ਚ ਜਿਹੜਾ D ਸੀਗਾ ਉਹ A ਨੂੰ ਤੇ B ਨੂੰ ਡਿਵਾਈਡ ਕਰ ਦਿਆ ਸੀ, ਬਟ ਇੱਥੇ A ਤੇ B M ਨੂੰ ਡਿਵਾਈਡ ਕਰਦੇ, ਜਿਹੜਾ ਉਹਨਾਂ ਦਾ LCM ਆਏਗਾ ਉਹਨੂੰ ਡਿਵਾਈਡ ਕਰਨਾ। ਠੀਕ ਹੈ ਜੀ, ਇੱਕ ਆਪਣੇ ਕੋਲ ਬਹੁਤ ਹੀ ਅੱਛਾ ਇੱਕ ਰਿਜ਼ਲਟ ਹੁੰਦਾ GCD into LCM, GCD into LCM ਇਜ਼ ਇਕੁਅਲ ਟੂ ਹੁੰਦਾ ਦੋਨਾਂ ਨੰਬਰਾਂ ਦੀ ਪ੍ਰੋਡਕਟ ਦੇ।
अगर कोई 2 नंबर ने उन्हां दोनों नंबरां दी प्रोडक्ट इज इक्वल टू जीसीडी टू एलसीएम। तो इत्थों अगर आपां नूं एक दो नंबर दिते होण एलसीएम दिता हो तो आपां जीसीडी फाइंड कर सकते हैं। अगर एलसीएम फाइंड करना है जीसीडी ते वो दिता हो भी फाइंड कर सकते। ठीक है जी। ਹੁਣ ਆਪਣੇ ਕੋਲੇ क्वेश्चन अगर एग्जाम ਦੇ ਵਿੱਚ ਆਂਦਾ ਹੈ ਤਾਂ ਕੀ ਆਏਗਾ देखो फाइंड जीसीडी ऑफ 306 एंड 5657। ठीक है जी। ਆ ਆਪਣੇ ਕੋਲ ਆਇਆ ਇਹਨਾਂ ਦਾ ਜੀਸੀਡੀ ਫਾਈਂਡ ਕਰਨਾ। ਜੀਸੀਡੀ ਦੋ ਨੰਬਰ ਦਿੱਤੇ ਹੋਏ ਨੇ, ਜੀਸੀਡੀ ਫਾਈਂਡ ਕਰਨਾ ਤਾਂ ਕਿਵੇਂ ਕਰਾਂਗੇ? ਹੁਣ 657 ਵੱਡਾ ਉਹਨੂੰ ਕੀ ਲਿਖ ਸਕਦੇ ਆਪਾਂ 306 into 2 plus 45। ਫਿਰ ਅੱਗੇ ਆ ਜਾਏਗਾ 306 ਇਹਨੂੰ ਕੀ ਲਿਖ ਸਕਦੇ ਆਪਾਂ 45 into 6 plus 36। ਇਹ ਤੁਸੀਂ ਸਭ ਨੇ ਕੀਤਾ ਹੋਣਾ ਹੈ डिवीजन एल्गोरिथम इक्वलेट डिवीजन 10th क्लास का ही ये फस्ट चैप्टर है इक्वलेट डिवीजन लैमा ਉਹਦੇ 'ਚ ਆਪਾਂ ਅੱਛੀ ਤਰ੍ਹਾਂ ਪੜਿਆ ਹੋਇਆ। ਤਾਂ ਹੁਣ ਕੀ ਆ ਜਾਏਗਾ ਜੀ 45 ਅੱਗੇ ਇਹ ਆ ਜਾਏਗਾ 36 into 1 plus 9 36 ਅੱਗੇ ਤਾਂ ਇਹਨੂੰ ਲਿਖ ਸਕਦੇ ਆਪਾਂ 9 into 4 ਤਾਂ 9 ਕੀ ਆ ਗਿਆ GCD ਆ। GCD ਕਿੰਨਾ ਆ ਗਿਆ ਜੀ 9 ਆ। ਤਾਂ ਹੁਣ ਅਗਰ LCM फाइंड करना ਹੋਵੇ ਤਾਂ ਆ ਵਾਲੀ ਟ੍ਰਿਕ ਲਗਾ ਦਾਂਗੇ GCD ਦੀ ਜਗ੍ਹਾ 9 into LCM ਤੇ ਆ ਦੋਨੋਂ ਨੰਬਰ 306 ਗੁਣਾ 655 ਇਕੁਅਲ ਆ ਜਾਏਗਾ 306 ਗੁਣਾ में ਆਪਾਂ LCM ਵੀ फाइंड कर सकते। ठीक है जी। तो इन्हों के बेस पर जो अपन थ्योरम्स ने वो थ्योरम आप करा कल। अपना जो काम इन्ना ही सीगा जी। MCQ आप इन्ना अज नहीं डील कर रहे हैं। सारा कंसैप्ट होने तो बाद ही MCQ डील करा क्योंकि इन्होंने जो MCQ ने मिक्स जो ने टॉपिक वाइज कोई भी MCQ नहीं है। आप चाहते हैं कि एक बार अपना कंसैप्ट सारा कवर हो जाए फिर आप सारे MCQ इकट्ठे ही लै लेंगे। ठीक है जी। क्लास अपनी ओवर होंगी है जी। मिलते हैं आप कल नैक्सट क्लास के नाल। अगर क्लास वधिया लगी तो लाइक शेयर जरूर कर दो, कमेंट करना अपना फीडबैक देना। अपना फीडबैक जरूर दो जी क्लास किदां दी लगी। ठीक है जी। मिलते हैं कल नैक्सट क्लास के नाल। टेक केयर, बाय बाय।